ਅੱਜ ਦੇ ਇਸ ਈ ਦੀਵਾਨ ਵਿੱਚ ਹਾਜ਼ਰ ਗੁਰੂ ਕੀਆਂ ਪਿਆਰੀਆਂ ਦੁਲਾਰੀਆਂ ਸੰਗਤਾਂ ਨੂੰ ਦਾਸ ਇੰਜੀਨੀਅਰ ਕਰਮਜੀਤ ਸਿੰਘ ਨੂਰ ਵੱਲੋਂ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਹਫ਼ਤਾਵਾਰੀ ਈ ਦੀਵਾਨ ਆਪਾਂ ਕਰਦੇ ਹਾਂ ਸਾਰੇ ਰਲ ਮਿਲ ਕੇ ਗੁਰੂ ਦੀ ਅਪਾਰ ਬਖਸ਼ਿਸ਼ ਸਦਕਾ, ਉਹਦੇ ਵਿੱਚ ਸੰਗਤ ਦੀ ਸਹਿਮਤੀ ਨਾਲ ਇੱਕ ਦੋ ਐਡੀਸ਼ਨਸ ਆਪਾਂ ਕਰਨ ਦਾ ਯਤਨ ਕੀਤਾ ਹੈ ਤਾਂ ਕਿ ਇਹ ਜੋ ਈ ਦੀਵਾਨ ਦੇ ਵਿੱਚ ਆਪਾਂ ਹਾਜ਼ਰੀ ਭਰਦੇ ਹਾਂ ਇਸ ਨੂੰ ਹੋਰ ਰੋਚਕ ਅਤੇ ਜਾਣਕਾਰੀ ਭਰਪੂਰ ਬਣਾਇਆ ਜਾ ਸਕੇ। ਉਹ ਯਤਨ ਇਹ ਕੀਤਾ ਗਿਆ ਕਿ ਇੱਕ ਤਾਂ ਉਸ ਵੀਕ ਦੇ ਵਿੱਚ ਜਿਹੜਾ ਵੀ ਕੋਈ ਇਤਿਹਾਸਕ ਦਿਹਾੜਾ ਆਉਂਦਾ ਹੈ ਉਹਦੇ ਸੰਬੰਧ ਵਿੱਚ ਇੱਕ ਲੈਕਚਰ ਤੇ ਇੱਕ ਕਵਿਤਾ ਕੋਸ਼ਿਸ਼ ਕੀਤੀ ਜਾਏਗੀ ਕਿ ਇੱਕ ਕਵਿਤਾ ਜਿਹੜੀ ਹੈ ਉਹ ਉਸ ਵਿਸ਼ੇ ਦੇ ਸੰਬੰਧ ਵਿੱਚ ਕੀਰਤਨ ਤੋਂ ਬਾਅਦ ਹੋਵੇ ਤੇ ਉਸ ਤੋਂ ਬਾਅਦ ਬੁਲਾਰੇ ਜਿਹੜੇ ਨੇ ਉਹਨਾਂ ਵਿੱਚੋਂ ਆਪਾਂ ਸਿਲੈਕਟ ਕਰਕੇ ਉਸ ਸਬਜੈਕਟ ਤੇ ਉਸ ਵਿਸ਼ੇ ਤੇ ਹੀ ਅਗਰ ਲੈਕਚਰ ਹੋਵੇ ਤਾਂ ਉਹ ਬਹੁਤ ਜ਼ਿਆਦਾ ਸਾਰਥਕ ਹੋਏਗਾ। ਉਹਦੇ ਨਾਲ ਆਪਾਂ ਸਾਰਿਆਂ ਨੂੰ ਹੋਰ ਵੀ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋ ਸਕੇਗੀ ਸਿੱਖ ਇਤਿਹਾਸ ਬਾਰੇ, ਆਪਣੇ ਵਿਰਸੇ ਬਾਰੇ, ਆਪਣੇ ਗੁਰ ਇਤਿਹਾਸ ਬਾਰੇ। ਸੋ ਅੱਜ ਦੇ ਇਸ ਈ ਦੀਵਾਨ ਵਿੱਚ ਜਿਸ ਤਰ੍ਹਾਂ ਵੀ ਡਾਕਟਰ ਬਲਰਾਜ ਸਿੰਘ ਜੀ ਨੇ ਦੱਸਿਆ ਕਿ ਅੱਜ ਦਾ ਈ ਦੀਵਾਨ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜੀਵਨ ਨੂੰ ਸਮਰਪਿਤ ਹੈ, ਉਹਨਾਂ ਦੇ ਇਤਿਹਾਸ ਨੂੰ ਸਮਰਪਿਤ ਹੈ, ਕਿਉਂਕਿ ਆਪਾਂ 18 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਜਿਹੜਾ ਉਹ ਮਨਾਇਆ ਹੈ। ਤਾਂ ਉਹਦੇ ਸੰਬੰਧ ਵਿੱਚ ਅੱਜ ਦਾ ਈ ਦੀਵਾਨ ਹੋਏਗਾ। ਸਭ ਤੋਂ ਪਹਿਲਾਂ ਡਾਕਟਰ ਹਰੀ ਸਿੰਘ ਜੀ ਜਾਚਕ ਸਿੱਖ ਕੌਮ ਦੇ ਜੋਸ਼ੀਲੇ ਕਵੀ, ਉਹ ਇਸ ਵਿਸ਼ੇ ਤੇ ਆਪਣੀ ਜੋਸ਼ ਭਰਪੂਰ, ਇਤਿਹਾਸ ਭਰਪੂਰ, ਜਾਣਕਾਰੀ ਭਰਪੂਰ ਕਵਿਤਾ ਆਪ ਸੰਗਤਾਂ ਨਾਲ ਸਾਂਝੀ ਕਰਨਗੇ। ਉਹਨਾਂ ਤੋਂ ਬਾਅਦ ਡਾਕਟਰ ਸੁਰਜੀਤ ਸਿੰਘ ਜੀ ਪੱਟੀ, ਉਹ ਜਾਣਕਾਰੀ ਭਰਪੂਰ ਜਿਹੜਾ ਲੈਕਚਰ ਹੈ ਉਹਨਾਂ ਦੇ ਜੀਵਨ ਇਤਿਹਾਸ ਸੰਬੰਧੀ ਉਹ ਤੁਹਾਡੇ ਨਾਲ ਸਾਂਝਾ ਕਰਨਗੇ। ਮੈਨੂੰ ਹੁਕਮ ਹੋਇਆ ਹੈ ਕਿ ਮੈਂ ਇਹਨਾਂ ਦੋ ਬੁਲਾਰਿਆਂ ਬਾਰੇ ਸੰਖੇਪ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ। ਤੋ ਡਾਕਟਰ ਹਰੀ ਸਿੰਘ ਜੀ ਜਾਚਕ MA PhD ਜਿਨ੍ਹਾਂ ਨੇ MA ਇੰਗਲਿਸ਼ ਤੇ MA ਧਰਮ ਅਧਿਐਨ ਕੀਤੀ ਹੋਈ ਹੈ, ਰਿਟਾਇਰਡ ਆਫਿਸਰ ਨੇ ਸਿਵਲ ਡਿਫੈਂਸ ਸਰਵਿਸਿਜ਼ ਤੋਂ ਲੁਧਿਆਣੇ ਤੋਂ। 40 ਸਾਲ ਤੋਂ ਲਗਭਗ ਕਵਿਤਾ ਦੇ ਖੇਤਰ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। 8-10 ਪੁਸਤਕਾਂ ਵੀ ਇਹਨਾਂ ਨੇ ਧਾਰਮਿਕ ਕਵਿਤਾ ਦੇ ਖੇਤਰ ਵਿੱਚ ਤੇ ਕੁਝ ਸਾਹਿਤ ਦੀਆਂ ਪੁਸਤਕਾਂ ਵੀ ਇਹਨਾਂ ਨੇ ਰਚੀਆਂ ਨੇ ਔਰ ਸਿੱਖ ਕੌਮ ਦੀ ਝੋਲੀ 'ਚ ਪਾਈਆਂ ਨੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿੱਚ ਵੀ ਇਹ ਬਹੁਤ ਵੱਡੀ ਪੋਸਟ ਤੇ ਐਡੀਸ਼ਨਲ ਚੀਫ ਸਕੱਤਰ ਦੇ ਤੌਰ ਤੇ ਕੰਮ ਕਰ ਰਹੇ ਨੇ। ਤੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੌਂਟਾ ਸਾਹਿਬ ਦੀ ਧਰਤੀ ਤੋਂ ਜਿਹੜੀ ਸਿੱਖ ਧਰਮ ਦੀ ਕਵਿਤਾ ਦੀ ਪਰੰਪਰਾ ਦਸਮੇਸ਼ ਪਿਤਾ ਨੇ ਆਰੰਭ ਕੀਤੀ ਸੀ, ਉਹਦਾ ਜੋ ਅਸਲ ਮਕਸਦ ਸੀ ਕਿ ਕੌਮ ਨੂੰ ਸੁਚੇਤ ਕਰਨਾ, ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਕੌਮ ਨੂੰ ਵੀਰ ਰਸ ਭਰਨਾ, ਕੌਮ ਦੇ ਵਿੱਚ ਚੜ੍ਹਦੀ ਕਲਾ ਭਰਨੀ ਕਵਿਤਾ ਰਾਹੀਂ, ਕਿਉਂਕਿ ਕਵਿਤਾ 'ਚ ਬੜੀ ਪਾਵਰ ਹੈ। ਤੋ ਦਸਮੇਸ਼ ਪਿਤਾ ਨੇ ਕਵਿਤਾ ਦੀ ਸ਼ਕਤੀ ਨੂੰ ਪਹਿਚਾਣਦਿਆਂ ਹੋਇਆਂ ਕਵਿਤਾ ਨੂੰ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦਾ ਮਾਧਿਅਮ ਬਣਾਇਆ। ਤਾਂ ਉਹਦੇ ਨਾਲ ਜਿਹੜੀ ਸਿੱਖ ਧਰਮ ਦੀ, ਸਿੱਖ ਇਤਿਹਾਸ ਦੀ, ਸਿੱਖ ਵਿਰਸੇ ਦੀ ਜਾਣਕਾਰੀ ਕਵਿਤਾਵਾਂ ਰਾਹੀਂ ਆਪਣੀ ਕੌਮ ਵਿੱਚ ਭਰਨੀ ਤੇ ਜੋਸ਼ ਭਰਨਾ, ਉਹ ਇਸ ਕਾਵਿ ਪਰੰਪਰਾ ਦਾ ਮਕਸਦ ਸੀ। ਤਾਂ ਉਸ ਪਰੰਪਰਾ ਨੂੰ ਅੱਗੇ ਤੋਰਦਿਆਂ ਹੋਇਆਂ ਜਿਹੜੇ ਚੰਦ ਕੁ ਕਵੀ ਸਾਡੇ ਕੋਲ ਸਟੇਜੀ ਇਸ ਪਰੰਪਰਾ ਦੇ ਨਾਲ ਜੁੜੇ ਹੋਏ ਬਚੇ ਨੇ, ਉਹਨਾਂ ਵਿੱਚੋਂ ਸਾਡੇ ਸਿਰਮੌਰ ਕਵੀਆਂ ਵਿੱਚੋਂ ਨੇ ਡਾਕਟਰ ਹਰੀ ਸਿੰਘ ਜੀ ਜਾਚਕ। ਉਹਨਾਂ ਨੂੰ ਬੇਨਤੀ ਕਰਾਂਗਾ ਉਹ 10 ਮਿੰਟ ਦੇ ਸਮੇਂ ਵਿੱਚ ਆਪਣੀ ਕਵਿਤਾ ਜਿਹੜੀ ਹੈ ਉਹ ਆਪ ਸੰਗਤਾਂ ਨਾਲ ਸਾਂਝੀ ਕਰਨਗੇ ਔਰ ਅੱਜ ਦੀ ਇਸ ਕਵਿਤਾ ਦਾ ਵੀ ਉਹਨਾਂ ਦਾ ਵਿਸ਼ਾ ਹੋਏਗਾ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਆਓ ਜੀ ਡਾਕਟਰ ਹਰੀ ਸਿੰਘ ਜਾਚਕ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਤ ਸ਼ਖਸੀਅਤਾਂ ਅੱਜ ਈ ਦੀਵਾਨ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਦੇ ਸ਼ਾਮਲ ਨੇ। ਦਾਸ ਨੂੰ ਜਿਵੇਂ ਹੁਕਮ ਹੋਇਆ ਹੈ
ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨੁਲ ਕੌਮ, ਉਹਨਾਂ ਦੇ ਜੀਵਨ ਇਤਿਹਾਸ ਦੀਆਂ ਕੁਝ ਝਲਕੀਆਂ ਮੈਂ ਸਾਰਿਆਂ ਦੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ। ਆਓ ਜੀ ਅਸੀਸਾਂ ਦਿਓ, ਦੁਬਾਰਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਆਲੂ ਪਿੰਡ ਲਾਹੌਰ ਦੇ ਜ਼ਿਲ੍ਹੇ ਅੰਦਰ ਜੱਸਾ ਸਿੰਘ ਸਰਦਾਰ ਦਾ ਜਨਮ ਹੋਇਆ। ਆਲੂ ਪਿੰਡ ਲਾਹੌਰ ਦੇ ਜ਼ਿਲ੍ਹੇ ਅੰਦਰ ਜੱਸਾ ਸਿੰਘ ਸਰਦਾਰ ਦਾ ਜਨਮ ਹੋਇਆ 3 ਮਈ 1718 ਈਸਵੀ ਨੂੰ। ਇਸ ਹੋਣਹਾਰ ਦਾ ਜਨਮ ਹੋਇਆ ਬਦਰ ਸਿੰਘ ਅਤੇ ਜੀਵਨ ਕੌਰ ਦੇ ਘਰ। ਇਸ ਬਰਖੁਰਦਾਰ ਦਾ ਜਨਮ ਹੋਇਆ ਤੇ 3 ਸਦੀਆਂ ਤੋਂ ਕੁਝ ਕੁ ਸਾਲ ਪਹਿਲਾਂ ਇਸ ਬਾਂਕੇ ਬਲਕਾਰ ਦਾ ਜਨਮ ਹੋਇਆ। 3 ਸਦੀਆਂ ਤੋਂ ਕੁਝ ਕੁ ਸਾਲ ਪਹਿਲਾਂ ਇਸ ਬਾਂਕੇ ਬਲਕਾਰ ਦਾ ਜਨਮ ਹੋਇਆ। 4 ਸਾਲ ਦੀ ਉਮਰ ਸੀ ਅਜੇ ਉਸਦੀ ਜਦੋਂ ਪਿਤਾ ਨੇ ਕੀਤੀ ਚੜ੍ਹਾਈ ਹੈ ਸੀ। 4 ਸਾਲ ਦੀ ਉਮਰ ਸੀ ਅਜੇ ਉਸਦੀ ਜਦੋਂ ਪਿਤਾ ਨੇ ਕੀਤੀ ਚੜ੍ਹਾਈ ਹੈ ਸੀ। ਜੱਸਾ ਸਿੰਘ ਦੀ ਮਾਤਾ ਤਦ ਬੱਚਿਆਂ ਨੂੰ ਪਿੰਡ ਆਲੂ ਤੋਂ ਦਿੱਲੀ ਲਿਆਈ ਹੈ ਸੀ। ਮਾਤਾ ਸੁੰਦਰੀ ਜੀ ਦੇ ਪਾਸ ਰਹਿ ਕੇ ਕੀਰਤਨ ਕਰਨ ਦੀ ਸੇਵਾ ਨਿਭਾਈ ਹੈ ਸੀ ਤੇ ਮਾਤਾ ਜੀ ਨੇ ਕੀਰਤਨ ਤੋਂ ਖੁਸ਼ ਹੋ ਕੇ ਤਦ ਅਸੀਸਾਂ ਦੀ ਝੜੀ ਲਗਾਈ ਹੈ ਸੀ। ਮਾਤਾ ਜੀ ਨੇ ਕੀਰਤਨ ਤੋਂ ਖੁਸ਼ ਹੋ ਕੇ ਪਾਵਨ ਅਸੀਸਾਂ ਦੀ ਝੜੀ ਲਗਾਈ ਹੈ ਸੀ। ਇਸ ਬਾਲਕ ਤੇ ਮਿਹਰ ਦੀ ਨਜ਼ਰ ਕਰਕੇ ਜੀਵਨ ਜਿਉਣ ਦੀ ਜਾਚ ਸਿਖਾਈ ਸੋਹਣੀ। ਕਪੂਰ ਸਿੰਘ ਨਵਾਬ ਨਾਲ ਭੇਜ ਇਸ ਨੂੰ, ਇਸ ਬਾਲਕ ਦੀ ਕਿਸਮਤ ਚਮਕਾਈ ਸੋਹਣੀ। ਕਪੂਰ ਸਿੰਘ ਨਵਾਬ ਨਾਲ ਭੇਜ ਇਸ ਨੂੰ, ਇਸ ਬਾਲਕ ਦੀ ਕਿਸਮਤ ਚਮਕਾਈ ਸੋਹਣੀ। ਤੇ ਉਹਨਾਂ ਆਪਣਾ ਪੁੱਤਰ ਬਣਾ ਕੇ ਤੇ ਹਰ ਤਰ੍ਹਾਂ ਦੀ ਦਿੱਤੀ ਸਿਖਲਾਈ ਸੋਹਣੀ। ਆਹਲੂਵਾਲੀਆ ਮਿਸਲ ਦੇ ਮੁਖੀ ਬਣ ਕੇ ਇਸ ਮਿਸਲ ਨੂੰ ਦਿੱਤੀ ਅਗਵਾਈ ਸੋਹਣੀ। ਆਓ ਉਹਨਾਂ ਦੇ ਦਰਸ਼ਨ ਕਰੀਏ ਇਸ ਬੰਦ ਚ ਕਿ ਜਿੱਥੇ ਜਿੱਥੇ ਵੀ ਕੌਮ ਨੂੰ ਲੋੜ ਪੈਂਦੀ ਪਹੁੰਚ ਜਾਂਦਾ ਸੀ ਫੌਜਾਂ ਦੇ ਨਾਲ ਯੋਧਾ। ਜਿੱਥੇ ਜਿੱਥੇ ਵੀ ਕੌਮ ਨੂੰ ਲੋੜ ਪੈਂਦੀ ਪਹੁੰਚ ਜਾਂਦਾ ਸੀ ਫੌਜਾਂ ਦੇ ਨਾਲ ਯੋਧਾ। ਭਖੇ ਹੋਏ ਹਰ ਰਣ ਮੈਦਾਨ ਅੰਦਰ ਜਾਂਦੇ ਸਾਰ ਹੀ ਕਰਦਾ ਕਮਾਲ ਯੋਧਾ। ਦੁਸ਼ਮਣ ਭੱਜਦੇ ਸਿਰਾਂ ਤੇ ਪੈਰ ਧਰ ਕੇ ਲੈ ਆਉਂਦਾ ਸੀ ਕੋਈ ਭੁਚਾਲ ਯੋਧਾ। ਸਾਰੇ ਪਿਆਰ ਸਤਿਕਾਰ ਦੇ ਨਾਲ ਕਹਿੰਦੇ ਜੱਸਾ ਸਿੰਘ ਹੈ ਗੁਰੂ ਕਾ ਲਾਲ ਯੋਧਾ। ਆ ਸਾਰੇ ਪਿਆਰ ਸਤਿਕਾਰ ਦੇ ਨਾਲ ਕਹਿੰਦੇ ਜੱਸਾ ਸਿੰਘ ਹੈ ਗੁਰੂ ਕਾ ਲਾਲ ਯੋਧਾ। ਤੇ ਦਲ ਖਾਲਸੇ ਦੀ ਫੇਰ ਅਗਵਾਈ ਕਰਕੇ ਮੱਲਾਂ ਮਾਰੀਆਂ ਹਰ ਮੈਦਾਨ ਅੰਦਰ। ਅਹਿਮਦ ਸ਼ਾਹ ਅਬਦਾਲੀ ਦੀਆਂ ਉਸ ਵੇਲੇ ਧੁੰਮਾਂ ਪਈਆਂ ਸਨ ਸਾਰੇ ਜਹਾਨ ਅੰਦਰ। ਹਿੰਦੁਸਤਾਨ ਤੇ ਹਮਲੇ ਤੇ ਕਰ ਹਮਲਾ, ਫਤਿਹ ਪਾਈ ਉਸ ਹਰ ਮੈਦਾਨ ਅੰਦਰ। ਤੇ ਲੁੱਟ ਮਾਰ ਉਸ ਡਾਢੀ ਮਚਾਈ, ਇੱਥੇ ਆਇਆ ਹੋਇਆ ਸੀ ਬੜੇ ਗੁਮਾਨ ਅੰਦਰ। ਬੰਨ ਬੰਨ ਕੇ ਬਹੂਆਂ ਤੇ ਬੇਟੀਆਂ ਨੂੰ ਲਿਜਾ ਰਿਹਾ ਸੀ ਉਹ ਅਫਗਾਨਿਸਤਾਨ ਅੰਦਰ। ਇੰਦਰ ਸਿੰਘ ਵੀ ਤਲੀ ਤੇ ਸੀਸ ਧਰ ਕੇ ਨਿੱਤਰ ਪਏ ਸਨ ਰਣ ਮੈਦਾਨ ਅੰਦਰ। ਰੋਹ ਭਰੀਆਂ ਤਲਵਾਰਾਂ ਨੇ ਉਸ ਵੇਲੇ ਉਸਲ ਵੱਟੇ ਸਨ ਲਏ ਮਿਆਨ ਅੰਦਰ। ਤੇ ਸਭ ਮਿਸਲਾਂ ਦੇ ਮੁਖੀ ਸਨ ਹੋਏ ਇਕੱਠੇ ਆਹਲੂਵਾਲੀਆ ਦੀ ਕਮਾਨ ਅੰਦਰ। ਸਭ ਮਿਸਲਾਂ ਦੇ ਆਗੂ ਸਨ ਹੋਏ ਇਕੱਠੇ ਆਹਲੂਵਾਲੀਏ ਦੀ ਕਮਾਨ ਅੰਦਰ। ਵਾਹ ਜੀ ਵਾਹ, ਬਹੁਤ ਅੱਛਾ। ਵਾਹ ਵਾਹ। ਅੱਧੀ ਰਾਤ ਨੂੰ ਦੁਸ਼ਮਣ ਤੇ ਕਰ ਹਮਲਾ, ਅੱਧੀ ਰਾਤ ਨੂੰ ਦੁਸ਼ਮਣ ਤੇ ਕਰ ਹਮਲਾ। ਉਹਨਾਂ ਤਾਈਂ ਭਜਾਇਆ ਸੀ ਖਾਲਸੇ ਨੇ ਅਬਦਾਲੀ ਜੈ ਲੁਟੇਰੇ ਨੂੰ ਲੁੱਟ ਕੇ ਤੇ ਚੰਗਾ ਸਬਕ ਸਿਖਾਇਆ ਸੀ ਖਾਲਸੇ ਨੇ। ਬਹੂਆਂ ਬੇਟੀਆਂ ਤਾਈਂ ਛੁਡਵਾ ਕੇ ਤੇ ਘਰੋਂ ਘਰੀ ਪਹੁੰਚਾਇਆ ਸੀ ਖਾਲਸੇ ਨੇ।
ਤੇ ਉਸ ਸਮੇਂ ਦੇ ਵਿੱਚ ਦੁਰਾਨੀਆਂ ਤੋਂ ਭਾਰਤ ਦੇਸ਼ ਬਚਾਇਆ ਸੀ ਖਾਲਸੇ ਨੇ। ਉਸ ਸਮੇਂ ਦੇ ਵਿੱਚ ਦੁਰਾਨੀਆਂ ਤੋਂ ਆ ਭਾਰਤ ਦੇਸ਼ ਬਚਾਇਆ ਸੀ ਖਾਲਸੇ ਨੇ। ਵਾਹ ਜੀ ਵਾਹ। ਬਹੁਤ ਬਹੁਤ ਧੰਨਵਾਦ ਭੈਣ ਜੀ ਜਗਦੀਸ਼ ਕੌਰ ਜੀ। ਦੂਜੇ ਘੱਲੂਘਾਰ ਮੌਕੇ ਖਾਲਸੇ ਤੇ, ਦੂਜੇ ਘੱਲੂਘਾਰੇ ਮੌਕੇ ਖਾਲਸੇ ਤੇ ਔਖੀ ਬੜੀ ਹੀ ਘੜੀ ਕੋਈ ਆਈ ਹੈ ਸੀ। ਐਸੇ ਕਸ਼ਟਾਂ ਤੇ ਵਿਪਤਾ ਦੇ ਸਮੇਂ ਤੇ ਵੀ ਆਹਲੂਵਾਲੀਏ ਕੀਤੀ ਅਗਵਾਈ ਹੈ ਸੀ। ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋ ਗਏ, ਲਹੂ ਡੋਲਵੀਂ ਹੋਈ ਲੜਾਈ ਹੈ ਸੀ। ਤੇ 22 ਫੱਟ ਲੱਗੇ ਆਹਲੂਵਾਲੀਏ ਨੂੰ, ਪਰ ਨਾ ਰਣ ਚ ਪਿੱਠ ਵਿਖਾਈ ਹੈ ਸੀ। 22 ਨੂਰ ਸਾਹਿਬ, 22 ਫੱਟ ਲੱਗੇ ਆਹਲੂਵਾਲੀਏ ਨੂੰ, ਪਰ ਨਾ ਰਣ ਚ ਪਿੱਠ ਵਿਖਾਈ ਹੈ ਸੀ। ਇੱਕ ਚੜ੍ਹਦੀ ਕਲਾ ਦਾ ਬੰਦ ਭੱਟੀ ਸਾਹਿਬ ਕਿ ਅਬਦਾਲੀ ਸਮਝਿਆ ਵਾਂਗ ਮਰਹੱਟਿਆਂ ਦੇ ਇਹਨਾਂ ਸਿੰਘਾਂ ਦਾ ਲੱਕ ਮੈਂ ਤੋੜ ਦਿੱਤਾ। ਅਬਦਾਲੀ ਸਮਝਿਆ ਵਾਂਗ ਮਰਹੱਟਿਆਂ ਦੇ ਇਹਨਾਂ ਸਿੰਘਾਂ ਦਾ ਲੱਕ ਮੈਂ ਤੋੜ ਦਿੱਤਾ। ਸਾਹ ਸੱਤ ਨਹੀਂ ਰਿਹਾ ਹੁਣ ਖਾਲਸੇ ਚ, ਇਹਨੂੰ ਨਿੰਬੂ ਦੇ ਵਾਂਗ ਨਿਚੋੜ ਦਿੱਤਾ। ਪਰ ਥੋੜੇ ਹੀ ਸਮੇਂ ਚ ਖਾਲਸੇ ਨੇ ਉਹਦਾ ਸਾਰਾ ਹੀ ਭਰਮ ਸੀ ਤੋੜ ਦਿੱਤਾ। ਆ ਫਤਿਹ ਘਰ ਸਰਹੰਦ ਕਸੂਰ ਤਾਈ ਮੂਲ ਨਾਲ ਵਿਆਜ ਦੇ ਮੋੜ ਦਿੱਤਾ। ਫਤਿਹ ਘਰ ਸਰਹੰਦ ਕਸੂਰ ਤਾਈ ਮੂਲ ਨਾਲ ਵਿਆਜ ਦੇ ਮੋੜ ਦਿੱਤਾ। ਤੋ ਨੂਰ ਸਾਹਿਬ ਫਿਰ ਇਲਾਕਾ ਦੁਆਬੇ ਦਾ ਫਤਿਹ ਕਰਕੇ ਆਪਣੀ ਤਾਕਤ ਹੋਰ ਵਧਾਈ ਸੋਹਣੀ। ਕਪੂਰਥਲਾ ਬਣਾ ਕੇ ਰਾਜਧਾਨੀ ਆਪਣੀ ਪੱਕੀ ਰਿਆਸਤ ਬਣਾਈ ਸੋਹਣੀ। ਕਰਕੇ ਕੰਮ ਸੀ ਲੋਕਾਂ ਦੇ ਦਿਲ ਜਿੱਤੇ ਤੇ ਕਪੂਰਥਲਾ ਰਿਆਸਤ ਚਲਾਈ ਸੋਹਣੀ। ਫਤਿਹ ਉਸ ਦੇ ਰਹੀ ਸੀ ਪੈਰ ਚੁੰਮਦੀ, ਹਰ ਮੈਦਾਨ ਹੀ ਫਤਿਹ ਉਸ ਪਾਈ ਸੋਹਣੀ। ਬੋਲੇ ਫਤਿਹ ਉਸ ਤੇ ਰਹੀ ਸੀ ਪੈਰ ਚੁੰਮਦੀ। ਫਤਿਹ ਉਸ ਤੇ ਰਹੀ ਸੀ ਪੈਰ ਚੁੰਮਦੀ ਤੇ ਹਰ ਮੈਦਾਨ ਹੀ ਫਤਿਹ ਉਸ ਪਾਈ ਸੋਹਣੀ। ਤੋ ਜੱਸਾ ਸਿੰਘ ਸਰਦਾਰ ਦੇ ਨਾਲ ਰਲ ਕੇ ਅੱਗੇ ਦੁਸ਼ਟਾਂ ਨੂੰ ਲਾਇਆ ਸੀ ਖਾਲਸੇ ਨੇ। ਦਿੱਲੀ ਤੱਕ ਕੀ ਵੱਧ ਕੇ ਸਿੱਖ ਫੌਜਾਂ ਸ਼ਾਹ ਆਲਮ ਹਰਾਇਆ ਸੀ ਖਾਲਸੇ ਨੇ। ਲਾਲ ਕਿਲੇ ਦੇ ਉੱਤੇ ਫਿਰ ਕਰ ਕਬਜ਼ਾ ਆਪਣਾ ਝੰਡਾ ਲਹਿਰਾਇਆ ਸੀ ਖਾਲਸੇ ਨੇ। ਤੇ ਸੁਲਤਾਨ ਕੌਮ ਦਾ ਦੇ ਖਿਤਾਬ ਉਸਨੂੰ ਉਹਦੇ ਤਾਈ ਵੜਿਆਇਆ ਸੀ ਖਾਲਸੇ ਨੇ। ਸੁਲਤਾਨ ਕੌਮ ਦਾ ਦੇ ਖਿਤਾਬ ਉਸਨੂੰ ਉਹਦੇ ਤਾਈ ਵੜਿਆਇਆ ਸੀ ਖਾਲਸੇ ਨੇ। ਆਖਰੀ ਬੰਦ ਨੂਰ ਸਾਹਿਬ ਜੀ, ਵਾਹ ਜੀ ਵਾਹ। ਇਹ ਧੁੱਪਾਂ ਛਾਵਾਂ ਹੰਢਾਈਆਂ ਸਨ ਤਨ ਉੱਤੇ, ਧੁੱਪਾਂ ਛਾਵਾਂ ਹੰਢਾਈਆਂ ਸਨ ਤਨ ਉੱਤੇ। ਸੁਗੜ ਸਿਆਣੇ ਤੇ ਸੂਝਵਾਨ ਹੈ ਸਨ, ਗੁਰੂ ਪੰਥ ਦੇ ਬਣ ਕੇ ਰਹੇ ਸੇਵਕ। ਪੰਥ ਖਾਲਸੇ ਦੀ ਜਿੰਦ ਜਾਨ ਹੈ ਸਨ, ਸੇਵਾ ਦੁਖੀਆਂ ਗਰੀਬਾਂ ਦੀ ਰਹੇ ਕਰਦੇ। ਸਾਫ਼ ਦਿਲ ਤੇ ਨੇਕ ਇਨਸਾਨ ਹੈ ਸਨ ਤੇ ਬੜੇ ਮਾਣ ਨਾਲ ਜਾਚਕ ਦੀ ਕਲਮ ਲਿਖਦੀ। ਸਿੱਖ ਕੌਮ ਦੇ ਆਗੂ ਮਹਾਨ ਹੈ ਸਨ, ਬੜੇ ਮਾਣ ਨਾਲ ਜਾਚਕ ਦੀ ਕਲਮ ਲਿਖਦੀ। ਸਿੱਖ ਕੌਮ ਦੇ ਆਗੂ ਮਹਾਨ ਹੈ ਸਨ, ਸਿੱਖ ਕੌਮ ਦੇ ਆਗੂ ਮਹਾਨ ਹੈ ਸਨ। ਗੱਜ ਕੇ ਫਤਿਹ ਬੁਲਾਓ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਇਹ ਸਨ ਡਾਕਟਰ ਹਰੀ ਸਿੰਘ ਜੀ ਜਾਚਕ, ਜਿਨ੍ਹਾਂ ਨੇ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜੀਵਨ ਇਤਿਹਾਸ ਸੰਬੰਧੀ ਆਪਣੀ ਰਚਨਾ ਸਾਂਝੀ ਕੀਤੀ ਹੈ। ਬਹੁਤ ਸਾਰੇ ਪੱਖ ਉਹਨਾਂ ਦੀ ਜ਼ਿੰਦਗੀ ਦੇ ਇਹਨਾਂ ਨੇ ਬਿਆਨ ਕੀਤੇ ਨੇ ਕਵਿਤਾ ਦੇ ਵਿੱਚ। ਤੋ ਇਹਨਾਂ ਨੇ ਜਿੱਥੇ ਹਿੰਦੁਸਤਾਨ ਵਿੱਚ ਆਪਣੀ ਕਵਿਤਾ ਦਾ ਲੋਹਾ ਮਨਵਾਇਆ, ਉੱਥੇ ਬਾਕੀ ਦੇਸ਼ਾਂ ਦੇ ਵਿੱਚ ਵੀ, ਇੰਗਲੈਂਡ, ਅਮਰੀਕਾ, ਕੈਨੇਡਾ, ਅਸੀਂ ਇਕੱਠੇ ਬਹੁਤ ਸਾਰੇ ਦੇਸ਼ਾਂ ਵਿੱਚ ਜਾ ਕੇ ਆਏ ਹਾਂ। ਤਾਂ ਇਹਨਾਂ ਨੇ ਬਹੁਤ ਸਾਰੀਆਂ ਸਟੇਜਾਂ ਤੇ ਆਪਣੀ ਕਵਿਤਾ ਜਿਹੜੀ ਹੈ ਉਹ ਸੰਗਤਾਂ ਨਾਲ, ਧਾਰਮਿਕ ਕਵਿਤਾ ਜਿਹੜੀ ਹੈ ਉਹ ਸਾਂਝੀ ਕੀਤੀ ਹੈ। ਤਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਡਾਕਟਰ ਹਰੀ ਸਿੰਘ ਜਾਚਕ ਜੀ ਦਾ,
ਜਿਨ੍ਹਾਂ ਨੇ ਬੇਨਤੀ ਪ੍ਰਵਾਨ ਕਰਕੇ ਇਸ ਦੀਵਾਨ ਵਿੱਚ ਹਾਜ਼ਰੀ ਭਰੀ ਹੈ ਔਰ ਸੰਗਤਾਂ ਦੇ ਸਨਮੁਖ ਆਪਣੀ ਕਵਿਤਾ ਰੱਖੀ ਹੈ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਨੂਰ ਸਾਹਿਬ, ਤੁਸੀਂ ਦਰਸ਼ਨ ਕਰਵਾਏ ਸਾਰਿਆਂ ਦੇ ਮਹਾਨ ਸ਼ਖਸੀਅਤਾਂ ਮੈਂ ਦੇ। ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜੀਵਨ ਇਤਿਹਾਸ ਪੜ੍ਹ ਰਿਹਾ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਅੱਜ ਸਾਡੇ ਸਿੱਖ, ਅੱਜ ਸਾਡੀ ਕੌਮ ਕਿੱਧਰ ਨੂੰ ਚਲੀ ਗਈ ਹੈ। ਉਹਨਾਂ ਦੇ ਜੀਵਨ ਇਤਿਹਾਸ 'ਚੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਬਚਪਨ ਤੋਂ ਜੋ ਸੰਸਕਾਰ ਮਿਲੇ ਉਹਦੇ ਨਾਲ ਸਾਰਾ ਜੀਵਨ ਉਹਨਾਂ ਦਾ ਘੜਿਆ ਗਿਆ ਤੇ ਉਹ ਸਾਰਾ ਜੀਵਨ ਉਹਨਾਂ ਨੇ ਕੌਮ ਦੇ ਲੇਖੇ ਲਾਇਆ। ਲਗਭਗ 40 ਸਾਲ ਦਿਨ ਰਾਤ ਇੱਕ ਕਰਕੇ ਉਹਨਾਂ ਨੇ ਕੌਮ ਨੂੰ ਇੱਕ ਮੰਚ ਤੇ, ਇੱਕ ਨਿਸ਼ਾਨ, ਇੱਕ ਝੰਡੇ ਹੇਠ ਇਕੱਠੇ ਕਰਨ ਦਾ ਯਤਨ ਕੀਤਾ ਔਰ ਉਹਦੇ ਵਿੱਚ ਉਹ ਸਫਲ ਵੀ ਹੋਏ, ਪਰ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਇੱਥੋਂ ਤੱਕ ਵੀ ਮੈਂ ਪੜ੍ਹਿਆ ਕਿ ਉਹ ਸੰਜੋਅ ਨਹੀਂ ਪਹਿਨਦੇ ਸਨ, ਜਿਹੜੀ ਲੋਹੇ ਦੀ ਵਰਦੀ ਹੁੰਦੀ ਹੈ ਜੰਗ ਵਿੱਚ ਪਹਿਨੀ ਜਾਂਦੀ ਹੈ। ਉਹ ਕਹਿੰਦੇ ਸੀ ਵੀ ਮੇਰੇ ਕੋਲੋਂ ਵਾਰ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਦੋਂ ਮੈਂ ਉਹ ਸੰਜੋਅ ਪਾਉਣਾ। ਤਾਂ ਹੀ ਜਾਜਕ ਸਾਹਿਬ ਨੇ ਜਿਵੇਂ ਦੱਸਿਆ 22 ਫੱਟ ਉਹਨਾਂ ਨੂੰ ਲੱਗੇ ਤਾਂ ਉਸ ਘਲੂਘਾਰੇ ਦੇ ਵਿੱਚ ਉਹਨਾਂ ਨੇ ਜਾਨ ਤੇ ਖੇਲ ਕੇ ਆਪਣੀ ਕੌਮ ਦੇ ਹੋਰ ਸਿੱਖਾਂ ਨੂੰ ਬਚਾਇਆ। ਬੇਸ਼ੱਕ ਬਹੁਤ ਸਾਰੇ ਸਿੰਘ ਸ਼ਹੀਦ ਵੀ ਹੋਏ। ਸੋ ਇਹ ਬੜੇ ਦੁੱਖ ਦੀ ਤੇ ਅਫਸੋਸ ਦੀ ਗੱਲ ਹੈ ਕਿ ਅੱਜ ਸਾਡੇ ਇਤਿਹਾਸ ਵਿੱਚੋਂ ਇਹ ਸਾਰਾ ਕੁਝ ਮੰਨਫੀ ਹੋ ਰਿਹਾ। ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਯੋਧਿਆਂ ਦਾ ਇਤਿਹਾਸ ਨਾ ਪੜ੍ਹਾ ਸਕੇ ਹਾਂ, ਨਾ ਸੁਣਾ ਸਕੇ ਹਾਂ। ਤੋ ਯਤਨ ਕੀਤਾ ਜਾਣਾ ਚਾਹੀਦਾ ਹੈ ਕਿ ਹਰ ਗੁਰੂ ਘਰ ਵਿੱਚ ਅਜਿਹੇ ਯੋਧਿਆਂ ਦੇ ਦਿਨ ਮਨਾਏ ਜਾਣੇ ਚਾਹੀਦੇ ਨੇ ਔਰ ਵੱਡੀ ਪੱਧਰ ਤੇ ਮਨਾਏ ਜਾਣੇ ਚਾਹੀਦੇ ਨੇ। ਤਾਂ ਹੀ ਸਾਡੇ ਬੱਚਿਆਂ ਨੂੰ, ਸਾਡੇ ਨੌਜਵਾਨਾਂ ਨੂੰ ਪਤਾ ਲੱਗੇਗਾ ਕਿ ਸਾਡੀ ਕੌਮ ਦੇ ਵਿੱਚ ਇਹਨਾਂ ਯੋਧਿਆਂ ਨੇ ਕਿੰਨਾ ਵੱਡਾ ਯੋਗਦਾਨ ਪਾਇਆ ਔਰ ਕਿਸ ਤਰ੍ਹਾਂ ਪਾਇਆ। ਤੋ ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਜਾਚਕ ਸਾਹਿਬ ਨੇ ਕੀਤਾ। ਡਿਟੇਲ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਡਾਕਟਰ ਭੱਟੀ ਸਾਹਿਬ ਆਪ ਸੰਗਤਾਂ ਨਾਲ ਸਾਂਝੀਆਂ ਕਰਨਗੇ। ਮੈਂ ਕੇਵਲ ਇੱਕ ਅੱਧੇ ਮਿੰਟ ਵਿੱਚ ਹੀ ਉਹਨਾਂ ਨੂੰ ਤੁਹਾਡੇ ਰੂਬਰੂ ਕਰ ਰਿਹਾ। ਤੋ ਮੈਂ ਗੱਲ ਕਰ ਰਿਹਾ ਸੀ ਵੀ ਜਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਡਾਕਟਰ ਸਾਹਿਬ ਨੇ ਕੀਤਾ, ਜਾਚਕ ਸਾਹਿਬ ਨੇ, ਵੀ ਉਹਦੇ ਨਾਲ ਬਹੁਤ ਸਾਰੀਆਂ ਜੰਗਾਂ ਹੋਈਆਂ ਤੇ ਬਹੁਤ ਸਾਰੀਆਂ ਧੀਆਂ ਭੈਣਾਂ ਜਿਹੜੀਆਂ ਉਹ ਲੁੱਟ ਕੇ ਲਿਜਾ ਰਿਹਾ ਸੀ, ਉਹਨਾਂ ਨੂੰ ਵੀ ਗੋਇੰਦਵਾਲ ਸਾਹਿਬ ਦੇ ਨੇੜਿਓਂ ਉਹ ਸਿੰਘਾਂ ਨੇ ਉਹਨਾਂ ਨੂੰ ਛੁਡਾਇਆ। ਅਹਿਮਦ ਸ਼ਾਹ ਅਬਦਾਲੀ ਨੇ ਆਫਰ ਕੀਤੀ ਸੀ, ਜਿਹੜੀ ਮੈਂ ਮੇਨ ਗੱਲ ਕਰਨੀ ਚਾਹੁੰਦਾ, ਕਿ ਤੂੰ ਪੰਜਾਬ ਦਾ ਰਾਜ ਲੈ ਲੈ ਤੇ ਮੇਰੇ ਅੰਡਰ ਤੂੰ ਪੰਜਾਬ ਦੇ ਉੱਤੇ ਰਾਜ ਕਰ। ਇਹ ਆਫਰ ਜੱਸਾ ਸਿੰਘ ਆਹਲੂਵਾਲੀਆ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਸੀ, ਲੇਕਿਨ ਉਹਨੇ ਇਨਕਾਰ ਕਰ ਦਿੱਤਾ ਸੀਗਾ। ਤੇ ਅੱਜ ਸਾਡੇ ਦੇਖੋ ਬੰਦੇ, ਸਾਡੇ ਲੀਡਰ 1 ਮਿੰਟ ਲਾਉਂਦੇ ਨੇ ਇੱਥੋਂ ਪਾਰਟੀ ਚੋਂ ਫਟਾਫਟ ਦੂਜੇ ਦਿਨ ਦੂਸਰੀ ਪਾਰਟੀ ਚਲੇ ਜਾਂਦੇ ਨੇ ਤੇ ਕੌਮ ਦਾ ਜਿਹੜਾ ਕੋਈ ਹਿੱਤ ਨਹੀਂ ਸੋਚਿਆ ਜਾਂਦਾ। ਇਹ ਉਹਨਾਂ ਲੋਕਾਂ ਨੇ ਕੌਮ ਦਾ ਹਿੱਤ ਸੋਚਿਆ, ਆਪਣਾ ਹਿੱਤ ਨਹੀਂ ਸੋਚਿਆ, ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਤੋ ਇਹੋ ਜਿਹੇ ਮਹਾਨ ਯੋਧਿਆਂ ਦੀਆਂ ਗਾਥਾ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਨੇ। ਬਹੁਤ ਬਹੁਤ ਧੰਨਵਾਦ। ਤੋ ਇੱਕ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਵੀਰਾਂ ਨੂੰ, ਡਾਕਟਰ ਬਲਰਾਜ ਸਿੰਘ ਜੀ ਨੂੰ, ਕਿ ਅਗਲੇ, ਮੇਰਾ ਖਿਆਲ ਹੈ ਆਪਾਂ ਵਿਚਾਰ ਹੈ ਮੇਰਾ, ਜਿਸ ਤਰ੍ਹਾਂ ਵੀ ਆਪ ਸੰਗਤ ਦੀ ਸਹਿਮਤੀ ਹੋਵੇ, ਅਗਲੇ 2 ਦੀਵਾਨ ਆਪਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰ ਸਕਦੇ ਹਾਂ। ਤੇ ਜਿਸ ਤਰ੍ਹਾਂ ਭੈਣ ਜਗਦੀਸ਼ ਜੀ ਨੇ ਦੱਸਿਆ ਵੀ ਇੱਕ ਆਪਾਂ ਕਵੀ ਦਰਬਾਰ ਵੀ ਉਹਦੇ ਤੇ ਲਿਖ ਸਕਦੇ ਹਾਂ। ਤੋ ਇੱਕ ਦੀਵਾਨ 'ਚ ਕਵੀ ਦਰਬਾਰ ਹੋ ਜਾਏ, ਇੱਕ ਦੀਵਾਨ ਦੇ ਵਿੱਚ ਲੈਕਚਰ ਤੇ ਇਸ ਤਰ੍ਹਾਂ ਦਾ ਆਪਾਂ ਜਾਣਕਾਰੀ ਭਰਪੂਰ ਜਿਹੜਾ ਪ੍ਰੋਗਰਾਮ ਹੈ ਉਹ ਲਿਖ ਸਕਦੇ ਹਾਂ। ਉਹ ਜਿਸ ਤਰ੍ਹਾਂ ਵੀ ਹੋਵੇ ਵਿਚਾਰ ਕਰ ਲੈਣਾ ਜੀ। ਤੋ ਆਓ ਹੁਣ ਮੈਂ ਅਤੀ ਸਤਿਕਾਰ ਸਾਹਿਬ ਸਨੇਵਰ ਬੇਨਤੀ ਕਰ ਰਿਹਾ, ਡਾਕਟਰ ਸੁਰਜੀਤ ਸਿੰਘ ਜੀ ਭੱਟੀ, ਜਿੰਨਾ ਇਹਨਾਂ ਨੇ ਜ਼ਿੰਦਗੀ 'ਚ ਕੰਮ ਕੀਤਾ, ਜਿੰਨੀਆਂ ਇਹਨਾਂ ਕੋਲ ਡਿਗਰੀਆਂ ਨੇ, ਜਿੰਨਾ ਇਹਨਾਂ ਨੇ ਵਿਦਵਤਾ ਜਿਹੜੀ ਉਹ ਵੰਡੀ ਹੈ, ਜੇ ਮੈਂ ਉਹਦਾ ਡਿਟੇਲ ਵਿੱਚ ਜ਼ਿਕਰ ਕਰਨ ਲੱਗਾ ਤੇ ਮੇਰਾ ਖਿਆਲ ਹੈ ਇਹ ਦੀਵਾਨ ਦਾ ਅੱਧਾ ਸਮਾਂ ਤੇ ਉਹਦੇ ਤੇ ਹੀ ਲੱਗ ਜਾਏਗਾ। ਉਹ ਬਹੁਤ ਹੀ ਇਹਨਾਂ ਦਾ ਯੋਗਦਾਨ ਹੈ। ਡਾਕਟਰ ਸੁਰਜੀਤ ਸਿੰਘ ਜੀ ਭੱਟੀ ਸਾਹਿਬ ਇਹ ਲੈਕਚਰਰ, ਜਿਹੜਾ ਪ੍ਰੋਫੈਸਰ ਐਂਡ ਹੈਡ ਆਫ ਦੀ ਫਿਜ਼ਿਕਸ ਡਿਪਾਰਟਮੈਂਟ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਰਹੇ ਨੇ, ਪ੍ਰੋਫੈਸਰ ਐਂਡ ਹੈਡ ਆਫ ਦੀ ਡਿਪਾਰਟਮੈਂਟ ਆਫ ਫਿਜ਼ਿਕਸ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵੀ ਰਹੇ ਨੇ, ਡੀਨ ਫੈਕਲਟੀ ਆਫ ਸਾਇੰਸਿਸ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹਦੇ ਵਿੱਚ ਇਹਨਾਂ ਨੇ ਕੰਮ ਕੀਤਾ। ਇਹਨਾਂ ਨੇ ਬੜੂ ਸਾਹਿਬ ਵਿਖੇ ਜੋ ਇੰਜੀਨੀਅਰਿੰਗ ਕਾਲਜ ਸੀ ਉਹਦੀ ਵੀ ਇਹਨਾਂ ਨੇ ਉੱਥੇ ਸਟਾਰਟਿੰਗ ਕੀਤੀ। ਤੋ ਡਾਇਰੈਕਟਰ ਪ੍ਰਿੰਸੀਪਲ ਆਦੇਸ਼ ਇੰਸਟੀਚਿਊਟ ਫਰੀਦਕੋਟ ਵਿਖੇ ਰਹੇ ਨੇ। ਵਿਸ਼ੇਸ਼ ਤੌਰ ਤੇ ਜਿਹੜਾ ਮੰਥਲੀ ਮੈਗਜ਼ੀਨ ਸਾਡਾ ਦੀਵਾਨ ਵੱਲੋਂ ਸਾਂਝੀ ਵਿਰਾਸਤ ਕੱਢਿਆ ਜਾ ਰਿਹਾ ਆਨਲਾਈਨ, ਉਸ ਦੇ ਰੂਹੇ ਰਵਾਂ, ਉਸ ਦੇ ਆਲ ਇਨ ਆਲ ਕਰਤਾ ਧਰਤਾ
डॉक्टर भट्टी साहब ने। इन्हों ने बहुत सारे विद्यार्थियों को PhD भी करवाई है। तो मैं सिनेमर बेनती करांगा अदब सहित कि डॉक्टर भट्टी साहब अज दे इस विषय ते जानकारी भरपूर लैक्चर जिहड़ा अपना है वो संगतां नाल साझा करन। आओ जी डॉक्टर भट्टी साहब, वाहिगुरू जी का खालसा, वाहिगुरू जी की फतेह। परम सत्कारयोग साध संगत जीओ, सरदार करमजीत सिंह नूर साहब ने जो प्यार दे शब्द कहे ने, मैं उन्होंने धन्यवादी हाँ। असी जद भी इतिहास दे विच सिखां दी बहादरी दा, कुर्बानी दा जिक्र करते हैं तो सब तो पहले साढ़े मन विच महाराजा रणजीत सिंह दा जिक्र आंदा है गुरु साहिबान तो बाद, जदों गुरु साहिबान ज्योति जोत समा गए 1708 उस तो बाद कुर्बानियां दा जो घालना सी ओदा ते खैर कोई दुनिया ते सानी नहीं है, उसका कोई ओहो जिहा तो कोई अज तक होया नहीं। पर उन्हां तो बाद भी और महाराजा रणजीत सिंह तो पहले भी कई ऐसे महान सूरवीर सिख योद्धे होए ने जिन्हां दे बारे जिस तरह हुणे दस्या गया कि साडी जानकारी बहुत घट है। असी कुछ जानते हैं पर फिर भी घट जानते हैं कि किहड़े महान योद्धे होए, की उन्होंने सिख कौम लिए कीता, की सिख धर्म नूं बचाउण वास्ते उसका प्रसार लई की कुछ कीता, वो जानना बहुत ज़रूरी है पर असी बहुत घट जानते हैं। ਉਹਦੇ ਵਿੱਚ मैं जिक्र करांगा जिस तरह बाबा बंदा सिंह बहादुर होए ने, फिर उस्ताद जस्सा सिंह आलूवालिया साहब होए ने, जस्सा सिंह रामगढ़िया होए ने और जरनैल बघेल सिंह होए ने। सो इस तरह होर भी बहुत सारे जिस तरह मैं क्या योद्धा होए ने जिन्हां दे बारे साडी जानकारी काफ़ी घट है। और जिस तरह इन्होंने जिक्र किया सानू अपनी बच्चों नू और अपने आप नू एजुकेट करना चाहिए कि पता लगे कि असी किस कौम दे वारिस हाँ और कौन साडे बजुर्ग सी और साडा इतिहास कितना माणमता है कि असी उस दे उत्ते माण कर सकीए। सो अज दी गलबात जिहड़ी है ये मैं सुल्तानत कौम जस्सा सिंह आलूवालिया साहब जी के बारे करांगा। इन्हों किधरे उस्ताद जस्सा सिंह सुल्तानुल मुल्क भी किया गया पर ज़्यादा सुल्तानत कौम ही प्रचलित इन्हां दे लई है। सो मैं इन्हां दे बारे जाचक साहब ने बहुत अच्छे तरीके नाल खूबसूरती नाल दस्या है, ਉਹਦੇ ਨਾਲ मेरा काम सौखा हो गया। उन्हां दे बारे मैं कुछ स्लाइड्स बनाए ने वो आप जी दे नाल शेयर करांगा ताकि सारी गलबात फोकस्ड रहे। शेयर स्क्रीन करना। सो इन्हां दा जन्म 1718 विच होया, जबकि जिस तरह मैं जिक्र किया सी हुणे 1716 विच 2 साल पहले इन्हां तो पहले जेड़े महान सिख जरनैल होए ने बाबा बंदा सिंह बहादुर जी, वो अकाल चलाना 1716 कर चुके सन और एक किस्म दे नाल उन्होंने सिख राज की पहली इट जिहड़ी सी वो लगा दी सी और सरहंद फतेह करके
ਉਸ ਦੇ ਲਈ ਉਹਨਾਂ ਨੂੰ ਬੜਾ ਭਾਰੀ ਉਹਨਾਂ ਨੂੰ ਕੀਮਤ ਅਦਾ ਕਰਨੀ ਪਈ, ਪਰ ਉਹਨਾਂ ਨੇ ਨਾਲ ਹੀ ਗੁਰੂ ਸਾਹਿਬਾਨ ਦੇ ਨਾਂ ਤੇ ਸਿੱਕੇ ਜਾਰੀ ਕੀਤੇ ਔਰ ਇੱਕ ਐਸੀ ਸ਼ੁਰੂਆਤ ਕੀਤੀ ਜਿਸ ਨੂੰ ਅੱਗੇ ਚਲਾਉਣ ਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਦਾ ਬੜਾ ਵੱਡਾ ਯੋਗ ਸੀ। ਔਰ ਜਿਸ ਤਰ੍ਹਾਂ ਦੱਸਿਆ ਵੀ ਗਿਆ ਕਿ ਇਹ ਬਚਪਨ ਦੇ ਵਿੱਚ ਇਹਨਾਂ ਨੂੰ ਮਾਤਾ ਸੁੰਦਰੀ ਜੀ ਦਾ ਆਸ਼ੀਰਵਾਦ ਮਿਲਿਆ। ਦਿੱਲੀ ਵਿੱਚ ਬੜਾ ਮਨੋਹਰ ਕੀਰਤਨ ਕਰਦੇ ਸਨ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਬੱਚਾ ਬਹੁਤ ਉੱਚੀ ਪੋਜੀਸ਼ਨ ਦੇ ਉੱਤੇ ਆਪਣੇ ਜੀਵਨ ਵਿੱਚ ਪਹੁੰਚਣਗੇ। ਫਿਰ ਜਦੋਂ ਨਵਾਬ ਕਪੂਰ ਸਿੰਘ ਦੀ ਨਜ਼ਰ 'ਚ ਉਹ ਆਏ ਤਾਂ ਉਸ ਵੇਲੇ ਸਿੰਘਪੁਰੀਆ ਜਾਂ ਫੈਜ਼ਲਪੁਰੀਆ ਜਿਹੜੀ ਮਿਸਲ ਸੀ ਉਹਦੇ ਜਥੇਦਾਰ ਸਨ ਨਵਾਬ ਕਪੂਰ ਸਿੰਘ ਜੀ, ਔਰ ਉਹਨਾਂ ਦੀ ਇੰਨੀ ਦਹਿਸ਼ਤ ਸੀ ਕਿ ਜਿਹੜੇ ਉਸ ਵਕਤ ਦੇ ਮੁਗਲ ਹੁਕਮਰਾਨ ਸਨ, ਜਦ ਉਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਅਸੀਂ ਹਰਾ ਨਹੀਂ ਪਾ ਰਹੇ, ਇਹਨਾਂ ਨੂੰ ਝੁਕਾ ਨਹੀਂ ਪਾ ਰਹੇ, ਤਾਂ ਉਹਨਾਂ ਨੇ ਇਹਨਾਂ ਦੇ ਨਾਲ ਸੁਲ੍ਹਾ ਕਰਨ ਦੀ ਵੀ ਕੋਸ਼ਿਸ਼ ਕੀਤੀ ਔਰ ਉਹਨਾਂ ਨੂੰ ਨਵਾਬੀ ਦਾ ਖਿਤਾਬ ਵੀ ਦਿੱਤਾ, ਜਿਹੜਾ ਕਿ ਸਰਦਾਰ ਜੱਸਾ ਸਿੰਘ ਜੀ ਲੈਣ ਤੋਂ ਹਿਚਕਿਚਾ ਰਹੇ ਸਨ, ਲੇਕਿਨ ਸਿੱਖ ਕੌਮ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਵਾਕਈ ਇਸ ਨਵਾਬ ਦੇ ਖਿਤਾਬ ਤੋਂ ਦੇ ਡਿਜ਼ਰਵ ਕਰਦੇ ਹੋ, ਤੁਸੀਂ ਇਸ ਦੇ ਕਾਬਲ ਹੋ। ਔਰ ਇਸ ਤਰ੍ਹਾਂ ਉਹਨਾਂ ਨੂੰ ਹਾਲਾਂਕਿ ਉਹ ਖੁਦ ਬੜੀ ਸਾਰੀ ਉਮਰ ਸੇਵਾ ਹੀ ਕਰਦੇ ਰਹੇ ਔਰ ਕਈ ਘੋੜਿਆਂ ਤੱਕ ਦੀ ਜਿਹੜੀ ਸਫਾਈ ਹੈ ਉਹਦਾ ਸੇਵਾ ਵੀ ਉਹਨਾਂ ਨੇ ਨਵਾਬ ਬਣਨ ਤੋਂ ਬਾਅਦ ਵੀ ਨਹੀਂ ਛੱਡੀ, ਉਹ ਕਰਦੇ ਰਹੇ। ਔਰ ਉਹਨਾਂ ਨੇ ਇਸ ਨੌਜਵਾਨ ਜੱਸਾ ਸਿੰਘ ਆਹਲੂਵਾਲੀਆ ਦੀਆਂ ਬਹਾਦਰੀਆਂ ਨਿਡਰਤਾ ਵੇਖ ਕੇ ਉਸ ਨੂੰ ਬੜੇ ਸਨਮਾਨ ਵੀ ਦਿੱਤੇ। ਸੋ ਇਸ ਤੋਂ ਬਾਅਦ ਮੈਂ ਆਪ ਜੀ ਨਾਲ ਸ਼ੇਅਰ ਕਰਾਂਗਾ ਕਿ ਜੱਸਾ ਸਿੰਘ ਜੀ ਦੀਆਂ ਸਿੱਖ ਕੌਮ ਨੂੰ ਕੀ ਪ੍ਰਮੁੱਖ ਸੇਵਾਵਾਂ ਸਨ, ਉਹਨਾਂ ਨੇ ਕੀ ਕੁਝ ਸਾਡੇ ਲਈ ਕੀਤਾ, ਜਿਸ ਦਾ ਕਿ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜੀ ਹਾਂ, ਸਭ ਤੋਂ ਪਹਿਲੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਅਬਦਾਲੀ ਨੇ ਹਿੰਦੁਸਤਾਨ ਦੇ ਉੱਤੇ 9 ਵਾਰੀ ਹਮਲੇ ਕੀਤੇ। ਸ਼ੁਰੂ ਦੇ ਵਿੱਚ ਚਲੋ ਪਾਣੀਪਤ ਦੇ ਜਿਹੜੇ ਜੰਗ ਸਨ ਉਹਨਾਂ ਵਿੱਚ ਸਿੱਖਾਂ ਦਾ ਜ਼ਿਆਦਾ ਰੋਲ ਨਹੀਂ ਸੀ, ਪਰ ਜਿਹੜੇ ਉਸ ਤੋਂ ਬਾਅਦ ਦੇ 6 ਹਮਲੇ ਹੋਏ ਉਹ ਹਰ ਵਾਰੀ ਚੂੰਕਿ ਪੰਜਾਬ ਵਿੱਚੋਂ ਲੰਘ ਕੇ ਅੱਗੇ ਜਾਣਾ ਪੈਂਦਾ ਸੀ, ਇਸ ਕਰਕੇ ਉਹਨੂੰ ਇਹ ਮੁਸ਼ਕਲ ਆਉਂਦੀ ਸੀ ਕਿ ਪੰਜਾਬ ਵਿੱਚ ਜੱਸਾ ਸਿੰਘ ਵਰਗੇ ਬਹਾਦਰ ਜਰਨੈਲ ਉਸ ਦੇ ਰਸਤੇ ਦੀ ਬੜੀ ਵੱਡੀ ਰੁਕਾਵਟ ਸਨ। ਜਦੋਂ ਇੱਥੇ ਲੋਕਾਂ ਨੂੰ ਲੁੱਟਣ ਲੱਗਦਾ ਸੀ ਜਾਂ ਇਹਨਾਂ ਦੇ ਧਰਮ ਵਿੱਚ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਕਰਦਾ ਸੀ ਤਾਂ ਉਸ ਵਕਤ ਕੋਈ ਕੌਮ ਅੱਗੇ ਨਹੀਂ ਸੀ ਆਉਂਦੀ, ਸਿਰਫ ਸਿੱਖ ਸਨ। ਔਰ ਸਿੱਖਾਂ ਵਿੱਚੋਂ ਵੀ ਉਸ ਵਕਤ ਸਿਰ ਕੱਢ ਜਰਨੈਲ ਜੱਸਾ ਸਿੰਘ ਸਨ। ਔਰ ਹਰ ਵਾਰੀ ਉਹ ਇਹ ਸੋਚਦਾ ਸੀ ਕਿ ਮੈਂ ਕਿਸੇ ਤਰੀਕੇ ਦਰਬਾਰ ਸਾਹਿਬ ਜਿੱਥੋਂ ਇਹਨਾਂ ਨੂੰ ਸਾਰੀ ਤਾਕਤ ਮਿਲਦੀ ਹੈ, ਉਸ ਤਾਕਤ ਨੂੰ ਮੈਂ ਕਿਸੇ ਤਰੀਕੇ ਡਿਸਟਰੋਏ ਕਰ ਦਿਆਂ, ਉਸ ਨੂੰ ਮੈਂ ਖਤਮ ਕਰ ਦਿਆਂ। ਔਰ ਜਿੰਨੀ ਵਾਰੀ ਉਸਨੇ ਪੰਜਾਬ ਦੇ ਉੱਤੇ ਹਮਲਾ ਕੀਤਾ, ਉਸਨੇ ਦਰਬਾਰ ਸਾਹਿਬ ਨੂੰ ਢਾਣ ਦੀ, ਨੁਕਸਾਨ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਇਸ ਜਰਨੈਲ ਜੱਸਾ ਸਿੰਘ ਸਨ ਜਿਨ੍ਹਾਂ ਨੇ 19 ਵਾਰੀ ਉਹਦਾ ਮੁਕਾਬਲਾ ਵੀ ਕੀਤਾ ਔਰ ਦਰਬਾਰ ਸਾਹਿਬ ਜੀ ਦੀ ਦੁਬਾਰਾ ਉਸਾਰੀ ਵੀ ਕੀਤੀ। ਔਰ ਇਸ ਤੋਂ ਇਲਾਵਾ ਉਹਨਾਂ ਨੇ ਦਰਬਾਰ ਸਾਹਿਬ ਦੀ ਰੱਖਿਆ ਲਈ ਸਾਰੀਆਂ 12 ਮਿਸਲਾਂ ਨੂੰ ਇਕੱਠਿਆ ਕਰਕੇ ਦਰ ਖਾਲਸਾ ਬਣਾਇਆ। ਔਰ ਸਾਰੀਆਂ ਮਿਸਲਾਂ ਨੇ, ਹਾਲਾਂਕਿ ਮਿਸਲਾਂ ਆਪਸ ਵਿੱਚ ਤਾਂ ਲੜਦੀਆਂ ਸਨ ਔਰ ਉਸ ਵਕਤ ਜਿਹੜੀ ਭੰਗੀ ਮਿਸਲ ਸੀ ਉਹ ਸਭ ਤੋਂ ਤਾਕਤਵਰ ਸੀ, ਉਹ ਬਾਕੀਆਂ ਦੇ ਉੱਤੇ ਉਹਦਾ ਦਬਦਬਾ ਸੀ। ਪਰ ਉਹਨਾਂ ਦੀ ਅਗਵਾਈ ਹੇਠ, ਯਾਨੀ ਜੱਸਾ ਸਿੰਘ ਜੀ ਦੀ ਅਗਵਾਈ ਹੇਠ
ਸਾਰੀਆਂ ਮਿਸਲਾਂ ਨੇ ਆਪਣੇ ਜਿਹੜੇ ਅੰਦਰੂਨੀ ਇਖਤਲਾਫ ਸੀ, ਜੋ ਉਹਨਾਂ ਦੇ ਆਪਸ ਵਿੱਚ ਡਿਫਰੈਂਸਸ ਸੀ, ਉਹਨਾਂ ਨੂੰ ਖਤਮ ਕਰਕੇ ਆਪਣੇ ਧਰਮ ਦੀ ਔਰ ਦਰਬਾਰ ਸਾਹਿਬ ਜੀ ਦੀ ਰੱਖਿਆ ਵਾਸਤੇ ਇਕੱਠੇ ਹੋਣਾ ਮਨਜ਼ੂਰ ਕਰ ਲਿਆ ਔਰ ਆਪਣੇ ਜਿਹੜੇ ਡਿਫਰੈਂਸਸ ਸੀ ਉਹਨਾਂ ਨੂੰ ਖਤਮ ਕਰ ਦਿੱਤਾ। ਸੋ ਇਸ ਕੰਮ ਲਈ ਜੱਸਾ ਸਿੰਘ ਆਹਲੂਵਾਲੀਆ ਸਾਹਿਬ ਨੇ ਰਾਮਗੜੀਆ ਮਿਸਲ ਦੇ ਜਿਹੜੇ ਸਰਦਾਰ ਸਨ, ਜੱਸਾ ਸਿੰਘ ਰਾਮਗੜੀਏ, ਉਹਨਾਂ ਦੇ ਨਾਲ ਮਿਲ ਕੇ ਦਰਬਾਰ ਸਾਹਿਬ ਦੀ ਹਿਫਾਜ਼ਤ ਵਾਸਤੇ ਬਹੁਤ ਸਾਰੇ ਬੁੰਗੇ ਬਣਾਏ, ਜਿੱਥੇ ਕਿ ਫੌਜਾਂ ਰੱਖੀਆਂ ਗਈਆਂ, ਔਰ ਕਿਲੇ ਬਣਵਾਏ ਅੰਮ੍ਰਿਤਸਰ ਦੇ ਵਿੱਚ। ਔਰ 9ਵੇਂ ਹਮਲੇ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਨੇ ਲਾਹੌਰ ਫਤਿਹ ਕਰਕੇ ਉੱਥੇ ਗੁਰੂ ਸਾਹਿਬਾਨ ਦੇ ਨਾਂ ਤੇ ਚਾਂਦੀ ਦੇ ਸਿੱਕੇ ਚਲਾਏ। ਅਬਦਾਲੀ ਦੀ ਹਿਰਾਸਤ ਵਿੱਚੋਂ ਉਹਨਾਂ ਨੇ ਹਜ਼ਾਰਾਂ ਹਿੰਦੂ ਔਰਤਾਂ ਨੂੰ ਬਚਾਇਆ ਔਰ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ, ਜਿਸ ਤਰ੍ਹਾਂ ਪਹਿਲੇ ਕਵਿਤਾ ਵਿੱਚ ਵੀ ਦੱਸਿਆ ਗਿਆ ਹੈ। ਫਿਰ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਲਾਹੌਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਫਗਵਾੜਾ ਔਰ ਇਹਦੇ ਲਾਗੇ ਚਾਗੇ ਦੇ ਜਿਹੜੇ ਇਲਾਕੇ ਸਨ, ਹੁਸ਼ਿਆਰਪੁਰ ਜਾਂ ਦੂਸਰੇ, ਇਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਔਰ ਉੱਥੇ ਬੜਾ ਅੱਛਾ ਰਾਜ ਕੀਤਾ। ਇਹ ਅੱਛੇ ਰਾਜ ਜਿਸ ਦਾ ਅਸੀਂ ਕ੍ਰੈਡਿਟ ਮਹਾਰਾਜਾ ਰਣਜੀਤ ਸਿੰਘ ਨੂੰ ਦਿੰਦੇ ਹਾਂ, ਬਿਲਕੁਲ ਠੀਕ ਦਿੰਦੇ ਹਾਂ। ਉਸ ਰਾਜ ਦੀ ਜਿਹੜੀ ਸ਼ੁਰੂਆਤ ਸੀ ਉਹ ਪਹਿਲੇ ਰੱਖੀ ਗਈ ਸੀ ਔਰ ਪਹਿਲੇ ਬਾਬਾ ਬੰਦਾ ਬਹਾਦਰ ਜੀ ਨੇ ਕਿਸਾਨਾਂ ਨੂੰ ਉਹਨਾਂ ਦੇ ਮਾਲਕੀ ਹੱਕ ਜ਼ਮੀਨਾਂ ਦੇ ਦੇ ਕੇ ਸ਼ੁਰੂ ਕੀਤੀ। ਫਿਰ ਉਸ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਸਾਹਿਬ ਨੇ ਬਿਲਕੁਲ ਇੱਕ ਧਰਮ ਨਿਰਪੱਖ ਔਰ ਇਨਸਾਫ ਪਸੰਦ ਰਾਜ ਦੀ ਨੀਂਹ ਰੱਖੀ। ਸੋ ਸਭ ਤੋਂ ਵੱਡੀ ਇਹਨਾਂ ਦੀ ਜ਼ਿੰਦਗੀ ਦੀ ਇੱਕ ਘਟਨਾ ਇਹ ਸੀ ਕਿ 1783 ਦੇ ਮਾਰਚ ਮਹੀਨੇ ਵਿੱਚ ਇਹਨਾਂ ਨੇ ਬਾਕੀ ਜਰਨੈਲਾਂ ਦੇ ਨਾਲ, ਯਾਨੀ ਜੱਸਾ ਸਿੰਘ ਰਾਮਗੜੀਆ ਨੂੰ ਨਾਲ ਔਰ ਸਰਦਾਰ ਕਪੂਰ ਸਿੰਘ ਜੀ ਦੇ ਨਾਲ, ਨਹੀਂ ਉਹ ਨਹੀਂ ਸਨ, ਉਹਨਾਂ ਦੀ ਡੈਥ ਹੋ ਚੁੱਕੀ ਸੀ, ਰਾਮਗੜੀਆ ਸਾਹਿਬ ਔਰ ਜਰਨੈਲ ਬਘੇਲ ਸਿੰਘ ਦੇ ਨਾਲ ਰਲ ਕੇ, ਜਿਹੜੇ ਕਰੋੜ ਸਿੰਘੀਆ ਮਿਸਲ ਦੇ ਸਰਦਾਰ ਸਨ, ਉਹਨਾਂ ਦੇ ਨਾਲ ਰਲ ਕੇ ਦਿੱਲੀ ਤੱਕ ਸਾਰਾ ਇਲਾਕਾ ਫਤਿਹ ਕੀਤਾ ਔਰ ਜਿਸ ਨੂੰ ਅੱਜ ਅਸੀਂ ਹਰਿਆਣਾ ਕਹਿੰਦੇ, ਇਹ ਪੰਜਾਬ ਦਾ ਹਿੱਸਾ ਸੀ। ਔਰ ਉਹਨਾਂ ਨੇ ਦਿੱਲੀ ਫਤਿਹ ਕਰਕੇ ਉੱਥੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾਏ ਔਰ ਉਹਨਾਂ ਨੂੰ ਦਿੱਲੀ ਦੇ ਤਖਤ ਦੀ ਆਫਰ ਹੋਈ, ਪਰ ਜਿਵੇਂ ਕਿ ਨੂਰ ਸਾਹਿਬ ਨੇ ਵੀ ਜ਼ਿਕਰ ਕੀਤਾ, ਉਹਨਾਂ ਨੂੰ ਰਾਜ ਕਰਨ ਦਾ ਜਾਂ ਆਪਣੇ ਆਪ ਨੂੰ ਤਖਤ ਤੇ ਬਿਠਾਉਣ ਦਾ ਕੋਈ ਐਡਾ ਸ਼ੌਕ ਨਹੀਂ ਸੀ। ਉਹਨਾਂ ਨੇ ਇਹ ਕਿਹਾ ਕਿ ਮੈਂ ਇਹ ਚਾਹਾਂਗਾ ਕਿ ਜਿਹੜੇ ਗੁਰਦੁਆਰੇ, ਜਿਹੜੇ ਧਰਮ ਸਥਾਨ, ਜਿੱਥੇ ਵੀ ਗੁਰੂ ਸਾਹਿਬਾਨ ਦੇ ਚਰਨ ਪਏ ਨੇ, ਉੱਥੇ ਇਤਿਹਾਸਿਕ ਗੁਰਦੁਆਰਿਆਂ ਦੇ ਧਰਮ ਸਥਾਨਾਂ ਦੀ ਜਗ੍ਹਾ ਖੋਜ ਕਰਕੇ ਉੱਥੇ ਗੁਰਦੁਆਰੇ ਬਣਾਏ ਜਾਣ। ਔਰ ਉਹਨਾਂ ਨੇ ਆਪ ਤਖਤ ਤੇ ਬਹਿਣ ਦੀ ਬਜਾਏ ਸਰਦਾਰ ਬਘੇਲ ਸਿੰਘ ਹੋਰਾਂ ਦੀ ਅਗਵਾਈ ਪ੍ਰਵਾਨ ਕਰਕੇ ਉਹਨਾਂ ਗੁਰਦੁਆਰਿਆਂ ਦੀ ਸਥਾਪਨਾ ਕਰਨ ਦਾ ਕੰਮ ਕੀਤਾ। ਇਸ ਤੋਂ ਬਾਅਦ ਮੈਂ ਬਰੀਫਲੀ 12 ਮਿਸਲਾਂ ਦੀ ਗੱਲ ਕਰਨਾ ਚਾਹਾਂਗਾ, ਕਿਉਂਕਿ ਇਹ ਜਿਹੜੀਆਂ ਮਿਸਲਾਂ ਸਨ, ਜਿਸ ਤਰ੍ਹਾਂ ਮੈਂ ਦੱਸਿਆ, ਇਹਨਾਂ ਦੇ ਆਪਸ ਵਿੱਚ ਹੀ ਜੰਗ ਚੱਲਦੇ ਸਨ ਔਰ ਸਭ ਇਹ ਚਾਹੁੰਦੇ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਇਲਾਕਾ ਸਾਡੇ ਕਬਜ਼ੇ 'ਚ ਆ ਜਾਏ, ਦੂਜੇ ਨੂੰ ਕਮਜ਼ੋਰ ਕਰਕੇ। ਸੋ ਇਸ ਦੇ ਵਿੱਚ 1753 ਤੱਕ ਨਵਾਬ ਕਪੂਰ ਸਿੰਘ ਸਿੰਘਪੁਰੀਆ ਮਿਸਲ ਦੇ ਜਥੇਦਾਰ ਰਹੇ ਔਰ ਜਦੋਂ ਅਕਾਲ ਚਲਾਣਾ ਕਰ ਗਏ ਤਾਂ 1753 ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਅਟਲ ਰਾਏ ਸਾਹਿਬ, ਜਿਹੜਾ ਅੰਮ੍ਰਿਤਸਰ 'ਚ ਹੈ, ਉਸ ਦੇ ਬਾਹਰ ਕੀਤਾ ਗਿਆ
ਔਰ ਇੱਕ ਉਹਨਾਂ ਦੀ ਉੱਥੇ ਯਾਦਗਾਰ ਵੀ ਅੱਜ ਵੀ ਪ੍ਰਕਰਮਾਂ 'ਚ ਮੌਜੂਦ ਹੈ। ਉਹਨਾਂ ਨੇ ਆਪਣੇ ਜੀਂਦਿਆਂ ਜੀ ਇਹ ਗੱਲ ਕਹੀ ਸੀ ਕਿ ਮੈਂ ਆਪਣੇ ਹੱਥੀਂ ਇਹ ਨਵਾਬੀ ਜਿਹੜੀ ਹੈ ਇਸ ਦਾ ਜੱਸਾ ਸਿੰਘ ਆਹਲੂਵਾਲੀਆ ਸਾਹਿਬ ਜੀ ਨੂੰ ਦੇਣਾ ਚਾਹੁੰਦਾ ਵਾਂ। ਹਾਲਾਂਕਿ ਉਸ ਵਕਤ ਉਹਨਾਂ ਨੇ ਆਹਲੂਵਾਲੀਆ ਸਾਹਿਬ ਨੇ ਉਸ ਨੂੰ ਪ੍ਰਵਾਨ ਨਹੀਂ ਸੀ ਕੀਤਾ, ਪਰ ਬਾਅਦ ਦੇ ਵਿੱਚ ਸੰਗਤ ਦੇ ਹੁਕਮ ਅਨੁਸਾਰ ਉਹਨਾਂ ਨੇ ਉਸ ਨੂੰ ਪ੍ਰਵਾਨ ਕੀਤਾ। ਔਰ ਇਹ ਵੀ ਇੱਥੇ ਗੱਲ ਦੱਸਣੀ ਬਣਦੀ ਹੈ ਕਿ ਜਦੋਂ 1783 ਵਿੱਚ ਆਹਲੂਵਾਲੀਆ ਸਾਹਿਬ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਦਾ ਵੀ ਸੰਸਕਾਰ ਫਿਰ ਉਸੇ ਜਗ੍ਹਾ ਦੇ ਉੱਤੇ ਲਾਗੇ ਜਿੱਥੇ ਨਵਾਬ ਕਪੂਰ ਸਿੰਘ ਜੀ ਦਾ ਹੋਇਆ ਸੀ ਅੰਮ੍ਰਿਤਸਰ, ਉਸੇ ਜਗ੍ਹਾ ਤੇ ਇਹਨਾਂ ਵੀ ਸੰਸਕਾਰ ਕੀਤਾ ਗਿਆ ਔਰ ਇਹਨਾਂ ਦੀ ਵੀ ਇੱਕ ਉੱਥੇ ਯਾਦਗਾਰ ਬਣਾਈ ਗਈ। ਅੱਗੇ ਮੈਂ ਗੱਲ ਬਰੀਫਲੀ ਕਰਨਾ ਚਾਹਾਂਗਾ ਕਿ ਕਿੰਨਾ ਔਖਾ ਸੀ ਐਨੇ ਵੱਡੇ ਵੱਡੇ ਸਰਦਾਰਾਂ ਨੂੰ, ਜਥੇਦਾਰਾਂ ਨੂੰ ਔਰ ਜਰਨੈਲਾਂ ਨੂੰ ਇਕੱਠੇ ਕਰਨਾ। ਇਹ ਗੱਲ ਕੋਈ ਸੌਖੀ ਗੱਲ ਨਹੀਂ ਸੀ ਜਿਹੜੀ ਆਹਲੂਵਾਲੀਆ ਸਾਹਿਬ ਨੇ ਕੀਤੀ, ਕਿਉਂਕਿ ਉਸ ਵਕਤ ਬਾਬਾ ਦੀਪ ਸਿੰਘ ਜੀ ਸ਼ਹੀਦ ਬੜੇ ਮੰਨੇ ਪਰਮੰਨੇ ਵਿਦਵਾਨ ਸਨ ਔਰ ਉਸ ਤੋਂ ਇਲਾਵਾ ਉਹ ਬੜੇ ਬਹਾਦਰ ਸਨ, ਕੁਰਬਾਨੀ ਵਾਲੇ ਸਨ। ਉਹ ਹੈਡ ਗ੍ਰੰਥੀ ਸਨ ਦਮਦਮਾ ਸਾਹਿਬ ਦੇ। ਉਹਨਾਂ ਨੂੰ ਬੇਨਤੀ ਕੀਤੀ। ਫਿਰ ਸ਼ੁਕਰ ਚੱਕੀਆ ਉਸ ਵਕਤ ਮਿਸਲ ਬੜੀ ਪਾਵਰਫੁਲ ਹੁੰਦੀ ਜਾ ਰਹੀ ਸੀ। ਚੜ੍ਹਤ ਸਿੰਘ, ਉਹਨਾਂ ਦੇ ਪੁੱਤਰ ਮਹਾਂ ਸਿੰਘ ਅਤੇ ਫਿਰ ਅਖੀਰ ਮਹਾਰਾਜਾ ਰਣਜੀਤ ਸਿੰਘ, ਜਿਸ ਨੇ ਦੁਨੀਆ ਦੇ ਉੱਤੇ ਇੱਕ ਵੱਖਰੇ ਕਿਸਮ ਦਾ ਰਾਜ ਕੀਤਾ, ਇਹਨਾਂ ਨੂੰ ਇਕੱਠੇ ਕਰਨਾ ਸੀ। ਇਸੇ ਤਰ੍ਹਾਂ ਜੱਸਾ ਸਿੰਘ ਰਾਮਗੜੀਆ, ਜਿਸ ਦੇ ਨਾਲ ਰਲ ਕੇ ਉਹਨਾਂ ਨੇ ਬੁੰਗਿਆਂ ਦੀ ਸੇਵਾ ਕੀਤੀ ਔਰ ਦਰਬਾਰ ਸਾਹਿਬ ਨੂੰ ਬਾਹਰਲੇ ਦੁਸ਼ਮਣਾਂ ਤੋਂ ਬਚਾਉਣ ਲਈ ਆਹਲੂਵਾਲੀਆ ਸਾਹਿਬ ਨੇ ਕੰਮ ਕੀਤਾ। ਇਹਨਾਂ ਨੂੰ ਉਹਨਾਂ ਨੇ ਨਾਲ ਲਿਆ, ਜੋ ਕਿ ਬੜਾ ਔਖਾ ਸੀ, ਕਿਉਂਕਿ ਜੱਸਾ ਸਿੰਘ ਰਾਮਗੜੀਆ ਔਰ ਜੱਸਾ ਸਿੰਘ ਆਹਲੂਵਾਲੀਆ ਦੇ ਵਿਚਕਾਰ ਜਦੋਂ ਦਿੱਲੀ ਫਤਿਹ ਹੋਈ ਸੀ, ਉਸ ਵਕਤ ਇਹਨਾਂ ਦੇ ਵਿਚਕਾਰ ਫਿਰ ਦੁਬਾਰਾ ਕਈ ਤਰ੍ਹਾਂ ਦੇ ਵਿਚਾਰ ਫਰਕ ਪੈ ਗਏ ਸਨ। ਇਹਨਾਂ ਨੂੰ ਇਕੱਠੇ ਕਰਨਾ ਇੰਨੀ ਵੱਡੇ ਸਰਦਾਰਾਂ ਨੂੰ, ਇਹ ਆਪਣੇ ਆਪ 'ਚ ਵੀ ਇੱਕ ਬੜੀ ਵੱਡੀ ਜਿੱਤ ਹੈ। ਔਰ ਇਸੇ ਤਰ੍ਹਾਂ ਬਘੇਲ ਸਿੰਘ ਦੇ ਨਾਲ ਜਾ ਕੇ ਦਿੱਲੀ ਫਤਿਹ ਕੀਤੀ। ਔਰ ਇੱਕ ਜਿਹੜੀ ਹੋਰ ਮੈਂ ਖਾਸ ਗੱਲ ਕਰਨਾ ਚਾਹਾਂਗਾ ਉਹ ਸੀ ਕਿ ਦਲ ਖਾਲਸਾ ਬਾਅਦ ਦੇ ਵਿੱਚ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ। ਇੱਕ ਸੀ ਬੁੱਢਾ ਦਲ ਤੇ ਇੱਕ ਸੀ ਤਰੁਣਾ ਦਲ। ਸੋ ਉਸ ਪਾਸੇ ਜ਼ਿਆਦਾ ਨਹੀਂ, ਪਰ ਮੈਂ ਇਹਨਾਂ ਗੱਲ ਕਹਿਣਾ ਚਾਹਾਂਗਾ ਕਿ ਤਰੁਣਾ ਦਲ ਦੇ ਵਿੱਚ ਨੌਜਵਾਨ ਸਿੱਖ ਜ਼ਿਆਦਾ ਸਨ ਔਰ ਇਹਨਾਂ ਦੇ ਖਾਨਦਾਨ ਦੇ ਵਿੱਚੋਂ ਇੱਕ ਬੜੀ ਬਹਾਦਰ ਔਰਤ ਹੋਈ ਹੈ ਸੀ ਸਦਾ ਕੌਰ, ਸਰਦਾਰਨੀ ਸਦਾ ਕੌਰ, ਜਿਨ੍ਹਾਂ ਦੀ ਬੇਟੀ ਮਹਿਤਾਬ ਕੌਰ ਨਾਲ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਪਹਿਲੀ ਸ਼ਾਦੀ ਉਹਨਾਂ ਦੀ ਹੋਈ ਸੀ। ਔਰ ਸਦਾ ਕੌਰ ਦਾ ਵੀ ਸਿੱਖ ਰਾਜ ਨੂੰ ਕਾਇਮ ਕਰਨ 'ਚ ਬੜਾ ਵੱਡਾ ਹਿੱਸਾ ਮੰਨਿਆ ਜਾਂਦਾ ਸੀ। ਸੋ ਇਸ ਤਰੁਣਾ ਦਲ ਔਰ ਬੁੱਢਾ ਦਲ ਨੂੰ ਇਕੱਠੇ ਕਰਕੇ ਰੱਖਣ ਵਾਲਾ ਵੀ ਜੇ ਕੋਈ ਬਹਾਦਰ ਸੀ ਤਾਂ ਉਹ ਜੱਸਾ ਸਿੰਘ ਆਹਲੂਵਾਲੀਆ ਸੀ। ਔਰ ਇਸੇ ਤਰ੍ਹਾਂ ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਅਖੀਰ ਤੇ ਕਿ ਫੂਲਕੀਆਂ ਮਿਸਲ ਜਿਹੜੀ ਸੀ ਉਹ ਉਸ ਦਾ ਸਰਦਾਰ ਬਾਬਾ ਆਲਾ ਸਿੰਘ ਸਨ, ਪਰ ਉਹਨਾਂ ਦੇ ਵੀ ਵਿਚਾਰ ਦਲ ਖਾਲਸਾ ਦੇ ਨਾਲ ਨਹੀਂ ਸੀ ਮਿਲਦੇ ਔਰ ਉਹ ਦਲ ਖਾਲਸਾ ਦੇ ਵਿੱਚ ਸ਼ਾਮਲ ਨਹੀਂ ਸੀ ਹੋਏ। ਪਰ ਆਹਲੂਵਾਲੀਆ ਸਾਹਿਬ ਨੇ ਉਹਨਾਂ ਨੂੰ ਵੀ ਮਨਾਇਆ ਇਸ ਗੱਲ ਦੇ ਉੱਤੇ ਕਿ ਤੁਸੀਂ ਅਗਰ ਨਹੀਂ ਵੀ ਸ਼ਾਮਲ ਹੋਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ, ਲੇਕਿਨ ਆਪਣੇ ਪੰਥ ਦੀ ਸੇਵਾ ਵਾਸਤੇ, ਆਪਣੇ ਧਰਮ ਦੀ ਰੱਖਿਆ ਵਾਸਤੇ ਤੁਸੀਂ ਸਾਡਾ ਸਾਥ ਦਿਓ, ਜਿਸ ਗੱਲ ਨੂੰ ਉਹਨਾਂ ਨੇ ਪ੍ਰਵਾਨ ਕੀਤਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰਨਾ, ਇੰਨੀ ਵੱਡੀ ਵੱਡੇ ਵੱਡੇ ਕੌਮ ਦੇ ਜਰਨੈਲਾਂ ਨੂੰ, ਇਹ ਇੱਕ ਉਹਨਾਂ ਦੀ ਬੜੀ ਵੱਡੀ ਜਿੱਤ ਮੈਂ ਸਮਝਦਾ। ਔਰ ਜਿਸ ਤਰ੍ਹਾਂ ਮੈਂ ਸ਼ੁਰੂ ਕਿਹਾ ਕਿ ਬਾਬਾ ਬੰਦਾ ਬਹਾਦਰ ਸਾਹਿਬ ਤੋਂ ਬਾਅਦ
ਦੂਸਰੇ ਜਿਹੜੇ ਜਰਨੈਲ ਸਿੱਖਾਂ ਦੇ ਜਿਸ ਨੇ ਗੁਰੂ ਸਾਹਿਬਾਨ ਦੇ ਸਨਮਾਨ ਵਿੱਚ ਚਾਂਦੀ ਦੇ ਸਿੱਕੇ ਜਾਰੀ ਕੀਤੇ, ਉਹ ਆਹਲੂਵਾਲੀਆ ਸਾਹਿਬ ਸਨ। ਇਹਨਾਂ ਨੇ ਪਹਿਲੇ 1765 ਵਿੱਚ ਲਾਹੌਰ ਵਿੱਚ ਇੱਕ ਮਿੰਟ ਕਾਇਮ ਕੀਤੀ ਜਿੱਥੇ ਗੋਬਿੰਦ ਸ਼ਾਹੀ ਸਿੱਕੇ ਬਣਦੇ ਸਨ। ਉਹਨਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਿਕਰ ਸੀ ਔਰ ਖਾਲਸੇ ਨਿਸ਼ਾਨ ਜਿਸ ਤਰ੍ਹਾਂ ਕਟਾਰ ਹੈ ਜਾਂ ਤਲਵਾਰ ਹੈ ਔਰ ਇਸ ਕਿਸਮ ਦੇ ਨਿਸ਼ਾਨ ਉਹਨਾਂ ਨੇ ਬਣਾਏ। ਪਰ ਇਹ ਉਸ ਵਕਤ ਚੂੰਕਿ ਪਰਸ਼ੀਅਨ ਜ਼ਬਾਨ ਸੀ ਉਸ ਦੇ ਵਿੱਚ ਵੀ ਹੈ, ਹੌਲੀ ਹੌਲੀ ਬਾਅਦ ਦੇ ਵਿੱਚ ਇਹ ਪੰਜਾਬੀ 'ਚ ਵੀ ਕੀਤਾ ਗਿਆ। ਬਾਅਦ 'ਚ ਉਹਨਾਂ ਨੇ ਅੰਮ੍ਰਿਤਸਰ ਔਰ ਮੁਲਤਾਨ ਦੇ ਵਿੱਚ 1775 ਦੇ ਵਿੱਚ ਆਹਲੂਵਾਲੀਆ ਸਾਹਿਬ ਨੇ ਇੱਕ ਹੋਰ ਮਿੰਟ ਬਣਾਈ ਜਿੱਥੇ ਕਿ ਚਾਂਦੀ ਦੇ ਸਿੱਕੇ ਬਣਾਏ ਗਏ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ, ਨਾਨਕ ਸ਼ਾਹੀ ਸਿੱਕੇ। ਇਹ ਗੱਲ ਜਿਸ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਉਹ ਇਹ ਹੈ ਕਿ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਾਹਿਬ ਦੇ ਕੋਲ ਉਸ ਇੱਕ ਟਾਈਮ ਦੇ ਉੱਤੇ ਜਦੋਂ ਉਹ ਦਿੱਲੀ ਵੱਲ ਵੱਧ ਰਹੇ ਸਨ, ਉਸ ਜ਼ਮਾਨੇ ਦੇ ਵਿੱਚ ਉਹਨਾਂ ਦੇ ਕੋਲ 25,000 ਤੋਂ ਵੀ ਵੱਧ ਘੋੜਸਵਾਰ ਔਰ ਫੌਜ ਦੇ ਜਵਾਨ ਆਪਣੇ ਕੋਲ ਹੁੰਦੇ ਸਨ ਔਰ ਇਸ ਦੇ ਨਾਲ ਉਹਨਾਂ ਨੇ ਈਵਨ ਜੈਪੁਰ ਰਾਜਸਥਾਨ ਤੱਕ ਆਪਣਾ ਉਹਨਾਂ ਨੇ ਸਿੱਕਾ ਮਨਵਾਇਆ। ਉੱਥੇ ਦੇ ਉਸ ਵਕਤ ਦੇ ਰਾਜੇ ਸਵਾਈ ਮਾਧੋ ਸਿੰਘ ਨੂੰ ਉਹਨਾਂ ਨੇ ਮਾਰਚ 1766 ਵਿੱਚ ਇੱਕ ਜੰਗ ਦੇ ਵਿੱਚ ਹਰਾਇਆ ਔਰ ਉਸ ਨੂੰ ਇਹ ਉਹਨਾਂ ਨੇ ਹੁਕਮ ਦਿੱਤਾ ਕਿ ਮੈਂ ਤੇਰੀ ਜਾਨ ਬਖਸ਼ ਦਿਆਂਗਾ, ਪਰ ਤੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਂ ਤੇ ਜੈਪੁਰ ਤੋਂ ਸੋਨੇ ਦੇ ਸਿੱਕੇ ਜਾਰੀ ਕਰ। ਉਹ ਇਸ ਗੱਲ ਨੂੰ ਮਨਜ਼ੂਰ ਕਰਦੇ ਹੋਏ ਇਹ ਜਿਹੜਾ ਤੁਹਾਨੂੰ ਮੈਂ ਇੱਕ ਸਿੱਕੇ ਦੇ ਦੋ ਪਾਸੇ ਦਿਖਾ ਰਿਹਾ ਹਾਂ, ਇਹਨਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਸ ਨੇ ਜੈਪੁਰ ਦੇ ਮਹਾਰਾਜੇ ਨੇ ਉਹਨਾਂ ਦੀ ਤਸਵੀਰ ਉਕਰੀ ਹੈ ਔਰ ਉੱਤੇ ਸਤ ਕਰਤਾਰ ਵੀ ਲਿਖਿਆ ਹੈ। ਨਾਲ ਹੀ ਉਹਨਾਂ ਨੇ ਇਸ ਦੇ ਉੱਤੇ ਪਰਸ਼ੀਅਨ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਵੀ ਲਿਖਿਆ ਹੈ। ਸੋ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਗੁਰੂ ਸਾਹਿਬਾਨ ਦੇ ਬਾਰੇ 'ਚ ਉਹਨਾਂ ਦੇ ਮਨ ਵਿੱਚ ਕਿੰਨੀ ਸ਼ਰਧਾ ਸੀ ਔਰ ਕਿੰਨੇ ਮਹਾਨ ਉਹ ਸਿੱਖ ਸਨ। ਹੁਣ ਮੈਂ ਗੱਲ ਕਰਦਾ ਹਾਂ ਅਬਦਾਲੀ ਦੇ ਹਮਲਿਆਂ ਦੀ। ਅਗਰ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਕਿਹਾ ਪੰਜਾਬ 'ਚੋਂ ਜਾਂ ਨਾਰਦਰਨ ਇੰਡੀਆ 'ਚੋਂ ਕਿਸੇ ਨੇ ਅਗਰ ਅਬਦਾਲੀ ਦਾ ਟਾਕਰਾ ਕੀਤਾ ਤਾਂ ਉਹ ਸਿਰਫ ਜੱਸਾ ਸਿੰਘ ਆਹਲੂਵਾਲੀਆ ਸੀ। ਪਹਿਲੇ 2-3 ਜੰਗਾਂ ਦੇ ਵਿੱਚ ਜਦੋਂ ਉਹ ਆਇਆ ਪਾਣੀਪਤ ਦੇ ਵਿੱਚ, ਉਸ ਵਕਤ ਮਰਾਠਿਆਂ ਨੇ ਕੋਸ਼ਿਸ਼ ਕੀਤੀ ਸੀ ਕਿ ਅਸੀਂ ਦਿੱਲੀ ਤੱਕ ਪਹੁੰਚ ਜਾਈਏ ਤੇ ਉਸ ਨੂੰ ਇੱਥੇ ਆਪਣੇ ਪੈਰ ਨਾ ਲੱਗਣ ਦਈਏ, ਪਰ ਮਰਾਠਿਆਂ ਦੇ ਸੁਪਨੇ ਵੀ ਅਬਦਾਲੀ ਨੇ ਚੂਰੋ ਚੂਰ ਕਰ ਦਿੱਤੇ। ਉਸ ਤੋਂ ਬਾਅਦ ਜੇ ਕੋਈ ਉਸ ਨੂੰ ਟੱਕਰਨ ਵਾਲਾ ਜੁੜਿਆ ਤਾਂ ਉਹ ਅਬਦਾਲੀ ਨੂੰ ਮਿਲਣ ਵਾਲਾ, ਉਹਨੂੰ ਰੋਕਣ ਵਾਲਾ ਆਹਲੂਵਾਲੀਆ ਸੀ। ਸੋ 1757 ਵਿੱਚ ਸਭ ਤੋਂ ਪਹਿਲੀ ਵਾਰੀ ਅਬਦਾਲੀ ਨੇ ਗਾਈਆਂ ਮਾਰ ਕੇ ਸਰੋਵਰ ਦਰਬਾਰ ਸਾਹਿਬ ਦੇ ਵਿੱਚ ਕੂੜਾ ਸੁਟਵਾਇਆ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਨਾਲ ਯੁੱਧ ਕੀਤਾ, ਜਿਸ ਵਿੱਚ ਉਸ ਨੂੰ ਹਰਾਇਆ ਤਾਂ ਨਹੀਂ, ਪਰ ਉਸ ਨੂੰ ਇਸ ਕਦਰ ਪਰੇਸ਼ਾਨੀ ਹੋਈ ਕਿ ਅਖੀਰ ਉਹ ਜੰਗ ਛੱਡ ਕੇ ਭੱਜ ਗਿਆ ਔਰ ਉਸ ਨੂੰ ਵਾਪਸ ਅਫਗਾਨਿਸਤਾਨ ਜਾਣਾ ਪੈ ਗਿਆ। ਪਰ ਉਹਦੇ ਮਨ 'ਚ ਇੱਕ ਬੜੀ ਈਰਖਾ ਔਰ ਦੁਸ਼ਮਣੀ ਦੀ ਭਾਵਨਾ ਪੈਦਾ ਹੋਈ ਕਿ ਮੈਨੂੰ ਅਗਰ ਪੂਰੇ ਹਿੰਦੁਸਤਾਨ 'ਚ ਕੋਈ ਨਹੀਂ ਟੱਕਰਨ ਵਾਲਾ ਮਿਲਿਆ, ਐਟਲੀਸਟ ਇਹ ਸਿੱਖ ਕੌਣ ਨੇ ਜਿਨ੍ਹਾਂ ਨੇ ਇਸ ਜੱਸਾ ਸਿੰਘ ਦੀ ਅਗਵਾਈ ਹੇਠ ਮੈਨੂੰ ਵਾਪਸ ਭੱਜਣ ਦੇ ਉੱਤੇ ਮਜਬੂਰ ਕਰ ਦਿੱਤਾ। ਉਸ ਦੁਸ਼ਮਣੀ ਨੂੰ ਲੈ ਕੇ ਉਸਨੇ ਬਾਰ-ਬਾਰ ਹਮਲੇ ਕੀਤੇ। 1761 ਵਿੱਚ ਫਿਰ ਦੁਬਾਰਾ ਹਮਲਾ ਹੋਇਆ, ਪਰ ਉਸ ਵਿੱਚ ਵੀ ਜੱਸਾ ਸਿੰਘ ਨੇ ਉਸ ਨੂੰ ਖਦੇੜਿਆ, ਉਸ ਨੂੰ ਭਜਾਇਆ ਔਰ ਫਿਰ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਸੰਗਤਾਂ ਨੂੰ ਨਾਲ ਲੈ ਕੇ ਉਹਨਾਂ ਨੇ ਫਿਰ ਦੁਬਾਰਾ ਜਿਹੜੀ ਦਰਬਾਰ ਸਾਹਿਬ ਦੀ ਇਮਾਰਤ ਦੀ ਜਾਂ ਸਰੋਵਰ ਦੀ ਬੇਅਦਬੀ ਹੋਈ ਸੀ, ਉਸ ਨੂੰ ਦੁਬਾਰਾ ਉਹਨਾਂ ਨੇ
ਰਿਸਟੋਰ ਕਰਨ ਦੀ ਕੋਸ਼ਿਸ਼ ਕੀਤੀ। ਔਰ ਨਾਲ ਦੀ ਨਾਲ ਜਿਸ ਵਕਤ ਅਬਦਾਲੀ ਨੂੰ ਵਾਪਸ ਭਜਾਇਆ ਤਾਂ ਉਹਨਾਂ ਨੇ ਲਾਹੌਰ ਦੇ ਉੱਤੇ ਕਬਜ਼ਾ ਕਰਕੇ ਆਪਣੀ ਇੱਕ ਸਲਤਨਤ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਧਰਮ ਨੂੰ ਬਚਾਉਣ ਲਈ ਨਾਲ ਬਹਾਦਰੀ ਦੀ ਵੀ ਜ਼ਰੂਰਤ ਹੈ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਔਰ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਸਿੱਖ ਕੌਮ ਨੂੰ ਉਸ ਪਾਸੇ ਸੁਚੇਤ ਕੀਤਾ ਸੀ, ਜਾਂ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਪਰਿਵਾਰ ਵਾਰ ਕੇ ਸਿੱਖੀ ਨੂੰ ਬਚਾਉਣ ਲਈ ਉਸ ਦਾ ਪ੍ਰਸਾਰ ਕਰਨ ਦੇ ਲਈ ਆਪਣਾ ਖੂਨ ਡੋਲਿਆ ਸੀ। ਉਹ ਬਹਾਦਰੀ ਸੀ, ਉਹਨਾਂ ਦੇ ਉੱਤੇ ਇਹ ਜੰਗ ਥੋਪੇ ਗਏ ਸੀ, ਉਹ ਕੋਈ ਰਾਜ ਵਾਸਤੇ ਨਹੀਂ ਸੀ ਕਰ ਰਹੇ। ਪਰ ਅਬਦਾਲੀ ਦੇ ਟਾਈਮ ਤੋਂ ਇਹ ਗੱਲ ਸਾਫ਼ ਹੋ ਗਈ ਸੀ ਕਿ ਜਦ ਤੱਕ ਸਿੱਖ ਆਪਣੇ ਆਪ ਨੂੰ ਮਜ਼ਬੂਤ ਨਹੀਂ ਕਰਦੇ ਔਰ ਉਹਨਾਂ ਦੇ ਪਾਸ ਕੋਈ ਇਲਾਕਾ ਆਪਣਾ ਨਹੀਂ ਆ ਜਾਂਦਾ ਜਿੱਥੋਂ ਉਹ ਆਪਰੇਟ ਕਰ ਸਕਣ, ਤਦ ਤੱਕ ਇਹ ਹਮਲੇ ਹੁੰਦੇ ਰਹਿਣਗੇ। ਔਰ ਹੋਏ। 1762 ਵਿੱਚ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਬਾਰੂਦ ਦੇ ਨਾਲ ਉਡਾਇਆ, ਉਹਨੂੰ ਨੁਕਸਾਨ ਕੀਤਾ, ਪਰ ਜੱਸਾ ਸਿੰਘ ਨੇ ਉਸ ਨੂੰ ਦੁਬਾਰਾ ਖਦੇੜਿਆ ਅਤੇ ਫਿਰ ਸਿੱਖ ਸੰਗਤ ਨੂੰ ਨਾਲ ਲੈ ਕੇ ਉਹਨਾਂ ਨੇ ਦਰਬਾਰ ਸਾਹਿਬ ਦੀ ਮੁਰੰਮਤ ਕਰਵਾਈ। ਔਰ ਇਹੋ ਹੀ ਨਹੀਂ, ਉਹਨਾਂ ਨੇ ਉੱਥੇ ਦੀਵਾਲੀ ਮਨਾਈ। ਉਹ ਇੱਕ ਵੱਖਰੀ ਗੱਲਬਾਤ ਹੈ ਜਿਸ ਦੇ ਵਿੱਚ ਭਾਈ ਮਨੀ ਸਿੰਘ ਵੀ ਆਏ। ਮੈਂ ਅਜੇ ਉਸ ਪਾਸੇ ਨਹੀਂ ਅਸੀਂ ਜਾਂਦੇ। 1776 ਵਿੱਚ ਜੱਸਾ ਸਿੰਘ ਆਹਲੂਵਾਲੀਆ ਨੇ ਫਿਰ ਇੱਕ ਹੋਰ ਸੇਵਾ ਕੀਤੀ ਦਰਬਾਰ ਸਾਹਿਬ ਦੀ, ਉਹ ਸੀ ਦਰਸ਼ਨੀ ਡਿਓੜੀ ਦੀ। ਪਹਿਲੇ ਰਸਤਾ ਤਾਂ ਜ਼ਰੂਰ ਸੀ, ਪਰ ਦਰਸ਼ਨੀ ਡਿਓੜੀ ਇਸ ਸ਼ਕਲ 'ਚ ਨਹੀਂ ਸੀ ਜਿਸ ਰੂਪ 'ਚ ਅੱਜ ਕੱਲ੍ਹ ਹੈ। ਸੋ ਉਹਨਾਂ ਨੇ ਸਰੋਵਰ ਦੇ ਚਾਰੇ ਪਾਸੇ ਪੱਕਾ ਫਰਸ਼ ਬਣਵਾਉਣ ਦਾ ਕੰਮ ਸ਼ੁਰੂ ਕੀਤਾ ਆਪਣੇ ਜੀਂਦੇ ਜੀ, ਔਰ ਦਰਸ਼ਨੀ ਡਿਓੜੀ ਬਣਵਾਉਣੀ ਸ਼ੁਰੂ ਕੀਤੀ। ਪਰ ਇਹ ਕੰਮ ਲੰਬਾ ਸੀ, ਉਹਨਾਂ ਦੇ ਜੀਵਨ ਕਾਲ ਵਿੱਚ, ਜੱਸਾ ਸਿੰਘ ਦੇ ਜੀਵਨ ਵਿੱਚ ਇਹ ਪੂਰਾ ਨਹੀਂ ਹੋ ਸਕਿਆ। ਔਰ 1784 ਵਿੱਚ ਉਹਨਾਂ ਤੋਂ ਬਾਅਦ, ਕਿਉਂਕਿ ਅਕਤੂਬਰ 1783 'ਚ ਉਹ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਤੋਂ ਬਾਅਦ 84 ਦੇ ਵਿੱਚ ਇਹ ਕੰਮ ਨੇਪਰੇ ਚੜੇ। ਔਰ ਫਿਰ ਉਸ ਤੋਂ ਬਾਅਦ ਸਿੱਖਾਂ ਨੇ ਰਾਵੀ ਤੋਂ ਨਹਿਰ ਕੱਢ ਕੇ ਤਾਜ਼ਾ ਪਾਣੀ ਸਰੋਵਰ ਵਾਸਤੇ ਲਿਆਉਣ ਦਾ ਪ੍ਰਬੰਧ ਕੀਤਾ। ਪਰ ਇਹ ਸਾਰੀ ਗੱਲ ਦੀ ਸ਼ੁਰੂਆਤ ਜਿਹੜੀ ਸੀ ਉਹ ਆਹਲੂਵਾਲੀਆ ਸਾਹਿਬ ਆਪਣੇ ਜੀਵਨ ਕਾਲ 'ਚ ਕਰ ਗਏ ਸਨ। ਹੋਰ 3 ਗੱਲਾਂ ਮੈਂ ਜ਼ਿਕਰ ਕਰਾਂਗਾ ਉਹਨਾਂ ਦੇ ਜੀਵਨ ਦੀਆਂ ਬੜੀਆਂ ਮਹੱਤਵਪੂਰਨ। ਇੱਕ, ਜਿਸ ਤਰ੍ਹਾਂ ਘੱਲੂਘਾਰੇ ਦਾ ਜ਼ਿਕਰ ਕੀਤਾ ਨੂਰ ਸਾਹਿਬ ਨੇ ਵੀ, ਵੱਡਾ ਘੱਲੂਘਾਰਾ ਜਦੋਂ ਹੋਇਆ ਤਾਂ ਉਸ ਵਕਤ ਮਲੇਰਕੋਟਲੇ ਦੇ ਲਾਗੇ ਕੋਪ ਕਲਾਂ ਇੱਕ ਪਿੰਡ ਹੈ, ਉੱਥੇ ਬੜਾ ਜ਼ਬਰਦਸਤ ਸਿੱਖਾਂ ਨੂੰ ਖਤਮ ਕਰਨ ਦਾ ਉਹਨਾਂ ਨੂੰ ਬੜਾ ਵੱਡਾ ਅਬਦਾਲੀ ਵੱਲੋਂ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਕਿ ਹੋਰ ਇੱਥੇ ਦੇ ਹਿੰਦੁਸਤਾਨ ਦੀਆਂ ਕੁਝ ਰਿਆਸਤਾਂ ਦੇ ਲੋਕਾਂ ਨੇ ਵੀ ਉਹਦੀ ਮਦਦ ਕੀਤੀ। ਔਰ ਉਸ ਜੰਗ ਵਿੱਚ ਕਿਹਾ ਜਾਂਦਾ ਕਿ 20,000 ਤੋਂ ਜ਼ਿਆਦਾ ਸਿੱਖ ਇੱਕੋ ਦਿਨ ਵਿੱਚ ਹੀ ਮਾਰੇ ਗਏ ਸਨ। ਔਰ ਜਿਸ ਤਰ੍ਹਾਂ ਦੱਸਿਆ ਗਿਆ ਸੀ ਜਾਚਕ ਸਾਹਿਬ ਨੇ ਵੀ ਕਿ ਆਹਲੂਵਾਲੀਆ ਸਾਹਿਬ ਦੇ ਸਰੀਰ ਤੇ 22 ਬੜੇ ਗੰਭੀਰ ਜ਼ਖਮ ਹੋਏ, ਔਰ ਜਿੰਨਾ ਉਹਨਾਂ ਦੇ ਸਰੀਰ ਚੋਂ ਉਸ ਵਕਤ ਇਤਿਹਾਸ ਵਿੱਚ ਆਉਂਦਾ ਵੀ ਖੂਨ ਵਗਿਆ, ਦੇਖਣ ਵਾਲਿਆਂ ਦਾ ਇਹ ਖਿਆਲ ਸੀ ਕਿ ਇਹ ਇੰਨਾ ਖੂਨ ਵਗਣ ਤੋਂ ਬਾਅਦ ਸ਼ਾਇਦ ਜਿੰਦਾ ਨਾ ਰਹਿ ਸਕਣ। ਪਰ ਉਹਨਾਂ ਦੀ ਤੁਸੀਂ ਦ੍ਰਿੜਤਾ ਸਰੀਰਕ ਔਰ ਮਾਨਸਿਕ ਦੇਖੋ ਕਿ ਉਸ ਦੇ ਬਾਵਜੂਦ ਵੀ ਉਹ ਜੰਗ ਵਿੱਚ ਲੜਦੇ ਰਹੇ, ਆਪਣੀ ਫੌਜਾਂ ਨੂੰ, ਆਪਣੇ ਸਿੱਖਾਂ ਨੂੰ ਬਚਾਉਂਦੇ ਰਹੇ। ਔਰ ਇਸ ਦੇ ਵਿੱਚ ਉਹਨਾਂ ਦੇ ਨਾਲ ਜੱਸਾ ਸਿੰਘ ਰਾਮਗੜੀਆ ਤੇ ਸੁਕਰ ਚੱਕੀਆ, ਚੜ੍ਹਤ ਸਿੰਘ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਜਰਨੈਲ ਸਨ, ਉਹ ਵੀ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਏ, ਪਰ ਕਿਸੇ ਨੇ ਵੀ ਹਾਰ ਨਹੀਂ ਮੰਨੀ। ਇਹ ਬੜਾ ਵੱਡਾ ਉਹਨਾਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਵਾਕਿਆ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ 2 ਜੰਗ ਹੋਏ,
ਜਿਨ੍ਹਾਂ ਦਾ ਇਤਿਹਾਸ ਵਿੱਚ ਬੜੀ ਜ਼ਿਕਰ ਆਉਂਦਾ, 1 ਮਈ ਔਰ 2 ਅਕਤੂਬਰ 1762 ਵਿੱਚ ਹੀ, ਯਾਨੀ ਦੇਖੋ ਘੱਲੂਘਾਰਾ ਫਰਵਰੀ 'ਚ ਹੁੰਦਾ ਹੈ, ਇਹ ਉਸ ਤੋਂ ਕੁਛ ਚਿਰ ਬਾਅਦ ਹੀ। ਸੋ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਵੀ ਅਬਦਾਲੀ ਨੂੰ ਸਿੱਖਾਂ ਨਾਲ ਬਹੁਤ ਜ਼ਿਆਦਾ ਵੈਰ ਸੀ। ਉਹ ਸਮਝਦਾ ਸੀ ਵੀ ਮੇਰੀ ਅਗਰ ਇਹ ਸਿੱਖ ਇੱਥੇ ਨਾ ਹੋਣ ਤਾਂ ਮੈਂ ਪੂਰਾ ਹਿੰਦੁਸਤਾਨ ਫਤਿਹ ਕਰ ਲਾਂਗਾ, ਪਰ ਇਹ ਉਹਦਾ ਸੁਪਨਾ ਅਧੂਰਾ ਰਹਿ ਗਿਆ ਸਿੱਖਾਂ ਕਰਕੇ, ਔਰ ਜੱਸਾ ਸਿੰਘ ਦਾ ਉਸ ਵਿੱਚ ਖਾਸ ਰੋਲ ਸੀ। ਸੋ ਉਸ ਨੇ ਫਿਰ ਹਮਲਾ ਕੀਤਾ ਕੁਝ ਮਹੀਨਿਆਂ ਬਾਅਦ ਹੀ, ਔਰ ਉਸ ਹਮਲੇ ਦੇ ਵਿੱਚ ਬੜੇ ਭਿਆਨਕ ਯੁੱਧ ਹੋਏ। ਪਰ ਇਸ ਸਭ ਦੇ ਬਾਵਜੂਦ ਜੱਸਾ ਸਿੰਘ ਨੇ ਅਬਦਾਲੀ ਦੀ ਫੌਜ ਦਾ ਇੱਕ ਬੜਾ ਵੱਡਾ ਹਿੱਸਾ ਆਪਣੇ ਕਬਜ਼ੇ ਵਿੱਚ ਕਰ ਲਿਆ। ਇਹ ਉਸ ਦੀ ਵਾਰ ਸਟ੍ਰੈਟਜੀ ਸੀ। ਐਜ਼ ਏ ਜਨਰਲ ਉਸ ਨੂੰ ਐਸੇ ਟੈਕਟਿਕਸ ਸਨ, ਉਸ ਦੇ ਕੋਲ ਐਸੇ ਤਰੀਕੇ ਸਨ ਕਿ ਜਿਸ ਦੇ ਵਿੱਚ ਘੱਟ ਫੌਜ ਹੁੰਦਿਆਂ ਹੋਇਆਂ ਵੀ ਉਸ ਦੀ ਜਿੱਤ ਹੁੰਦੀ ਸੀ। ਔਰ ਇੱਥੋਂ ਤੱਕ ਹੋਇਆ ਕਿ ਜਿਹੜੇ ਅਫਗਾਨ ਸਿਪਾਹੀਆਂ ਨੇ ਦਰਬਾਰ ਸਾਹਿਬ ਦੀ ਜਾਂ ਸਰੋਵਰ ਦੀ ਬੇਅਦਬੀ ਕੀਤੀ ਸੀ, ਸਰੋਵਰ ਦੇ ਵਿੱਚ ਕੂੜਾ ਸੁੱਟਿਆ ਸੀ, ਉਹਨਾਂ ਲੋਕਾਂ ਨੂੰ ਹੀ ਲਗਾ ਕੇ ਉਹਨਾਂ ਅਫਗਾਨੀ ਫੌਜਾਂ ਤੋਂ ਹੀ ਉਹਨਾਂ ਨੇ ਉਹਨਾਂ ਦੇ ਹੱਥੀਂ ਸਰੋਵਰ ਦੀ ਸਫਾਈ ਕਰਾਈ, ਔਰ ਅਬਦਾਲੀ ਨੂੰ ਉਸ ਵਿੱਚ ਸਾਫ਼ ਹਾਰ ਮਿਲੀ। ਪਹਿਲੀ ਵਾਰੀ ਉਸ ਦੀ ਕਲੀਅਰ ਯਾਨੀ ਡਿਫੀਟ ਹੋਈ। ਉਸ ਤੋਂ ਪਹਿਲੇ ਉਹਨੂੰ ਭਜਾ ਦਿੱਤਾ ਜਾਂਦਾ ਸੀ, ਪਰ ਕਦੀ ਡਿਫੀਟ ਨਹੀਂ ਸੀ ਉਹਨੇ ਮੰਨੀ। ਪਰ ਅੰਮ੍ਰਿਤਸਰ ਦੀ ਜੰਗਾਂ ਤੋਂ ਬਾਅਦ ਹੀ ਹੈਡ ਟੂ ਐਡਮਿਟ ਡਿਫੀਟ, ਔਰ ਇਹ ਉਸ ਦੀ ਜੱਸਾ ਸਿੰਘ ਦੀ ਪਹਿਲੀ ਕਲੀਅਰ ਵਿਕਟਰੀ ਸੀ ਅਬਦਾਲੀ ਦੇ ਖਿਲਾਫ। ਇਹ ਵੀ ਬੜਾ ਮਹੱਤਵਪੂਰਨ ਸਮਝਿਆ ਜਾਂਦਾ ਉਹਨਾਂ ਦੇ ਜੀਵਨ ਦਾ ਇੱਕ ਵਾਕਿਆ। ਔਰ ਆਖਰੀ ਹਮਲਾ ਜਿਹੜਾ ਅਬਦਾਲੀ ਨੇ ਕੀਤਾ ਸੀ ਉਹ ਸੀ ਨਵੰਬਰ 1766 ਵਿੱਚ। ਇਹ 9ਵਾਂ ਹਮਲਾ ਸੀ ਉਸ ਦਾ। ਉਸ ਤੋਂ ਬਾਅਦ ਫਿਰ ਉਹ ਦੁਬਾਰਾ ਨਹੀਂ ਆਇਆ। ਤੇ ਸਿੱਖਾਂ ਨੂੰ ਇੱਕ ਖਾਸ ਕਿਸਮ ਦੀ ਟ੍ਰੇਨਿੰਗ ਦਿੱਤੀ ਸੀ ਫੌਜ ਨੂੰ, ਖਾਸ ਤੌਰ ਤੇ ਜੱਸਾ ਸਿੰਘ ਨੇ। ਉਹਨੂੰ ਕਹਿੰਦੇ ਨੇ ਹਿਟ ਰਨ ਐਂਡ ਰਿਟਰਨ ਟੂ ਹਿਟ ਅਗੇਨ। ਹਮਲਾ ਕਰੋ, ਫਿਰ ਜੰਗਲਾਂ ਵਿੱਚ ਦੌੜ ਜਾਓ, ਫਿਰ ਜਿਸ ਵੇਲੇ ਉਹ ਦੁਸ਼ਮਣ ਰਾਤ ਵੇਲੇ ਜਾਂ ਕਿਸੇ ਵੇਲੇ ਥੋੜ੍ਹਾ ਜਿਹਾ ਢਿੱਲਾ ਪਵੇ, ਉਸੇ ਵਕਤ ਸਿੱਖ ਮੁੜ ਕੇ ਦੁਬਾਰਾ ਹਮਲੇ ਕਰਦੇ ਸਨ ਔਰ ਫਿਰ ਉਹਨਾਂ ਨੂੰ ਪਰੇਸ਼ਾਨ ਕਰਦੇ ਸਨ। ਔਰ ਇਸ ਤਰ੍ਹਾਂ ਇਹ ਜਿਹੜਾ ਹਿਟ ਰਨ ਐਂਡ ਰਿਟਰਨ ਟੂ ਹਿਟ ਅਗੇਨ, ਇਹ ਜਿਹੜੇ ਟੈਕਟਿਕਸ ਸਨ, ਇਹ ਜੱਸਾ ਸਿੰਘ ਦੀ ਖਾਸ ਇੱਕ ਯੁੱਧ ਨੀਤੀ ਦਾ ਹਿੱਸਾ ਸੀ। ਔਰ ਇਹਨਾਂ ਨੂੰ ਵਰਤਣ ਦੇ ਨਾਲ ਹੀ ਉਸ ਨੂੰ ਬਾਰ-ਬਾਰ ਜਿੱਤ ਮਿਲਦੀ ਸੀ, ਔਰ ਉਹ ਅਬਦਾਲੀ ਵਰਗੇ ਜ਼ਾਲਮ ਲੁਟੇਰੇ ਨੂੰ, ਜਿਸ ਦੇ ਕੋਲ ਇਸ ਤੋਂ ਵੱਡੀਆਂ ਸਿੱਖਾਂ ਤੋਂ ਜ਼ਿਆਦਾ ਵੱਡੀਆਂ ਫੌਜਾਂ ਸਨ, ਉਹਨਾਂ ਨੂੰ ਉਹ ਪਹਿਲੇ ਖਦੇੜਦੇ ਰਹੇ, ਭਜਾਉਂਦੇ ਰਹੇ, ਫਿਰ ਉਹਨਾਂ ਨੂੰ ਹਰਾਇਆ ਔਰ ਉਹਨਾਂ ਨੂੰ ਮੁੜ ਕੇ ਇੱਥੇ ਆਉਣ ਦੀ ਹਿੰਮਤ ਉਹਨਾਂ ਦੀ ਖਤਮ ਕਰ ਦਿੱਤੀ। ਸੋ ਅਖੀਰ ਵਿੱਚ ਅਬਦਾਲੀ ਨੇ ਜਿੰਨੀ ਵੀ ਦੌਲਤ ਹਿੰਦੁਸਤਾਨ ਤੋਂ ਲੁੱਟੀ ਸੀ ਉਹਨੂੰ ਛੱਡਣਾ ਪਿਆ ਅਬਦਾਲੀ ਨੂੰ, ਔਰ ਜਿੰਨੇ ਸਿੱਖ ਕੈਦੀ ਸਨ ਉਹਨੇ ਬਣਾਏ ਸਨ ਜੰਗਾਂ ਦੇ ਦੌਰਾਨ, ਉਹ ਸਾਰੇ ਛੱਡਣੇ ਪੈ ਗਏ। ਔਰ ਜਿਸ ਤਰ੍ਹਾਂ ਪਹਿਲੇ ਜ਼ਿਕਰ ਹੋਇਆ ਕਿ ਜਿੰਨੀਆਂ ਵੀ ਔਰਤਾਂ ਨੂੰ ਉਸਨੇ ਚੇਨਾਂ ਨਾਲ ਬੰਨ੍ਹ ਕੇ ਅਫਗਾਨਿਸਤਾਨ ਦੇ ਬਾਜ਼ਾਰਾਂ ਵਿੱਚ ਜਾ ਕੇ ਵੇਚਣਾ ਸੀ, ਇਹ ਉਹਨਾਂ ਨੂੰ ਸਭ ਨੂੰ ਔਰਤਾਂ ਨੂੰ ਛੁਡਾਇਆ ਗਿਆ ਔਰ ਉਹਨਾਂ ਨੂੰ ਬਾਇਜ਼ਤ ਉਹਨਾਂ ਦੇ ਘਰੋਂ ਘਰੀ ਪਹੁੰਚਾਉਣ ਦਾ ਜੇ ਕੋਈ ਕੰਮ ਕੀਤਾ ਤਾਂ ਉਹ ਇੱਕ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੀ ਦੇਣ ਸੀ। ਇਸ ਦੀ ਮੌਤ ਜਿਹੜੀ ਹੈ ਉਹ 1783 ਵਿੱਚ ਅਕਤੂਬਰ ਦੇ ਮਹੀਨੇ 'ਚ ਹੋਈ। ਹਾਲਾਂਕਿ ਮਾਰਚ ਦੇ ਮਹੀਨੇ 'ਚ ਉਸੇ ਸਾਲ ਇਹ ਦਿੱਲੀ ਫਤਿਹ ਕਰਨ ਵਾਲੇ ਬਘੇਲ ਸਿੰਘ ਦੇ ਨਾਲ ਸੀਗਾ। ਉਸ ਵਕਤ ਇਹਨਾਂ ਦਾ, ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ, ਅੰਤਿਮ ਸੰਸਕਾਰ ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਦੇ ਲਾਗੇ ਹੋਇਆ, ਔਰ ਜਿੱਥੇ ਨਵਾਬ ਕਪੂਰ ਸਿੰਘ ਜਿਹੜੇ ਇਹਨਾਂ ਦੇ ਮੈਂਟੋਰ ਸਨ, ਇਹਨਾਂ ਨੂੰ ਉੱਪਰ ਲਿਆਉਣ ਵਾਲੇ ਸਨ, ਉਹਨਾਂ ਦਾ ਸੰਸਕਾਰ ਹੋਇਆ ਉਹਦੇ ਲਾਗੇ।
ਔਰ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਉਹਦੇ ਲਾਗੇ ਹੀ ਇਹਨਾਂ ਦੀ ਆਹਲੂਵਾਲੀਆ ਸਾਹਿਬ ਦੀ ਵੀ ਯਾਦਗਾਰ ਬਣੀ। ਸੋ ਉਹਨਾਂ ਦੀ ਯਾਦਗਾਰਾਂ ਇਸੇ ਪ੍ਰਕਰਮਾਂ ਦੇ ਵਿੱਚ ਦੋਨਾਂ ਦੀਆਂ ਲਾਗੇ ਲਾਗੇ ਹਨ। ਤੇ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਉਹਨਾਂ ਦੇ ਸਤਿਕਾਰ ਵਿੱਚ ਇੱਕ ਬੜਾ ਵੱਡਾ ਏਰੀਆ ਹੈ ਕਮਰਸ਼ੀਅਲ ਰੈਜ਼ੀਡੈਂਸ਼ੀਅਲ, ਜਿਸ ਨੂੰ ਅੱਜ ਕਟਰਾ ਆਹਲੂਵਾਲੀਆ ਕਿਹਾ ਜਾਂਦਾ ਹੈ। ਇਹ ਉਹਨਾਂ ਦੇ ਸਤਿਕਾਰ ਵਿੱਚ ਬਣਿਆ। ਔਰ ਆਪਣੇ ਜੀਵਨ ਕਾਲ ਦੇ ਵਿੱਚ ਆਹਲੂਵਾਲੀਆ ਸਾਹਿਬ ਨੇ, ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਕਿ ਕਿਲੇ ਬਣਵਾਏ ਸਨ। ਇੱਕ ਰਾਮਗੜੀਆ ਸਾਹਿਬ ਨੇ ਕਿਲਾ ਬਣਵਾਇਆ ਸੀ, ਰਾਮ ਰੌਣੀ, ਔਰ ਬਾਅਦ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਆਹਲੂਵਾਲੀਆ ਸਾਹਿਬ ਨੇ ਵੀ ਇੱਕ ਕਿਲਾ ਬਣਵਾਇਆ ਸੀ। ਬੇਸ਼ੱਕ ਇਹ ਦੋਨੋਂ ਨਿਗਲੈਕਟ ਹੋਏ, ਪਰ ਇਹਨਾਂ ਦੇ ਬਣਾਏ ਹੋਏ ਕਿਲਿਆਂ ਦੇ ਨਿਸ਼ਾਨ, ਉਹਨਾਂ ਦੇ ਖੰਡਰ ਅਜੇ ਵੀ ਮੌਜੂਦ ਹਨ। ਔਰ ਭਾਰਤ ਸਰਕਾਰ ਨੇ 1985 ਵਿੱਚ ਉਹਨਾਂ ਦੀ ਯਾਦ ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤਾ ਸੀ। ਖੈਰ, ਕਪੂਰਥਲੇ ਲਾਗੇ ਉਹਨਾਂ ਦੀ ਇੱਕ ਪੁਰਾਣੀ ਹਵੇਲੀ ਦੇ ਕੁਝ ਖੰਡਰਾਤ ਅਜੇ ਵੀ ਕਾਇਮ ਹਨ, ਜਿਸ ਦੀ ਕਿ ਸਿੱਖਾਂ ਵੱਲੋਂ ਵੀ, ਪੰਜਾਬ ਸਰਕਾਰ ਵੱਲੋਂ ਵੀ, ਭਾਰਤ ਸਰਕਾਰ ਵੱਲੋਂ ਵੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ ਹੈ, ਉਸ ਨੂੰ ਨਿਗਲੈਕਟ ਕੀਤਾ ਗਿਆ। ਉਸ ਦਾ ਜੱਸਾ ਸਿੰਘ ਆਹਲੂਵਾਲੀਆ ਦੀ ਕਪੂਰਥਲੇ ਵਿੱਚ ਬਣੀ ਹਵੇਲੀ ਦੇ ਜਿਹੜੇ ਹਨ ਖੰਡਰਾਤ, ਉਹਦਾ ਇੱਕ ਵਿਊ ਇੱਕ ਪਾਸੇ ਦਾ ਮੈਂ ਆਪ ਜੀ ਨੂੰ ਦਿਖਾ ਰਿਹਾ ਵਾਂ। ਇੱਥੋਂ ਦੇਖੋ ਕਿ ਅਸੀਂ ਆਪਣੇ ਬਹਾਦਰ ਜਰਨੈਲਾਂ ਦਾ ਔਰ ਸਿੱਖਾਂ ਦੇ ਮਾਣ ਮੱਤੇ ਇਤਿਹਾਸ ਦਾ ਕਿੰਨਾ ਕੁ ਅਸੀਂ ਫਿਕਰ ਕੀਤਾ, ਕਿੰਨੀ ਕੁ ਕਦਰ ਕੀਤੀ। ਔਰ ਇਹ ਉਹ ਯਾਦਗਾਰ ਹੈ ਜਿਹੜੀ ਜੱਸਾ ਸਿੰਘ ਆਹਲੂਵਾਲੀਆ ਦੇ ਸਨਮਾਨ ਦੇ ਵਿੱਚ ਗੁਰਦੁਆਰਾ ਅਟਲ ਰਾਏ ਸਾਹਿਬ ਜੀ ਦੀ ਪਰਿਕਰਮਾ ਵਿੱਚ ਮੌਜੂਦ ਹੈ। ਲਾਗੇ ਤੁਸੀਂ ਦੇਖ ਸਕਦੇ ਹੋ ਉੱਥੇ ਦਾ ਸਾਰਾ ਇਤਿਹਾਸ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਬੋਰਡ ਦੇ ਉੱਤੇ ਲਿਖਿਆ ਹੋਇਆ ਹੈ। ਔਰ ਆਖਰ ਵਿੱਚ ਮੈਂ ਤੁਹਾਨੂੰ ਉਹ ਡਾਕ ਟਿਕਟ ਦਿਖਾ ਰਿਹਾ ਵਾਂ, ਜਿਸ ਡਾਕ ਟਿਕਟ ਨੂੰ ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਦੇ ਸਤਿਕਾਰ ਦੇ ਵਿੱਚ ਜਾਰੀ ਕੀਤਾ ਸੀ। ਸੋ ਇੱਥੇ ਮੇਰੀ ਟਾਕ ਖਤਮ ਹੁੰਦੀ ਹੈ। ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਅਸੀਂ ਸਿਰਫ ਮਹਾਰਾਜਾ ਰਣਜੀਤ ਸਿੰਘ ਦਾ ਹੀ ਨਾਂ ਥੋੜ੍ਹਾ ਬਹੁਤ ਜਾਣਦੇ ਹਾਂ, ਜਾਂ ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ, ਪਰ ਹਿੰਦੁਸਤਾਨ ਤੋਂ ਬਾਹਰ ਪੂਰੀ ਦੁਨੀਆ ਦੇ ਵਿੱਚ ਜਦੋਂ ਇੱਕ ਸਰਵੇ ਕੀਤਾ ਗਿਆ ਸੀ ਤਾਂ ਵੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਯਾਨੀ ਮਨਪਸੰਦ ਜਾਂ ਲੋਕਪ੍ਰਿਯ ਜਿਹੜਾ ਔਰ ਇਨਸਾਫ ਪਸੰਦ ਬਾਦਸ਼ਾਹ ਕੌਣ ਹੋਇਆ, ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਲਿਆ ਜਾਂਦਾ। ਠੀਕ ਹੈ, ਉਹਨਾਂ ਨੇ ਬੜੇ ਅੱਛੇ ਕੰਮ ਕੀਤੇ, ਬੜਾ ਵੱਡਾ ਰਾਜ 40 ਸਾਲ ਕੀਤਾ, ਇਨਸਾਫ ਕੀਤਾ ਔਰ ਧਰਮ ਨਿਰਪੇਖ ਸਨ। ਪਰ ਉਹਨਾਂ ਦੀਆਂ ਉਸ ਰਾਜ ਨੂੰ ਕਾਇਮ ਕਰਨ ਦੇ ਵਿੱਚ ਜਿਨ੍ਹਾਂ ਹੋਰਨਾਂ ਨੇ ਆਪਣਾ ਯੋਗਦਾਨ ਪਾਇਆ, ਉਹਨਾਂ ਵਿੱਚ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਕਿਹਾ ਸੀ, ਬਾਬਾ ਬੰਦਾ ਸਿੰਘ ਬਹਾਦਰ, ਫਿਰ ਜੱਸਾ ਸਿੰਘ ਆਹਲੂਵਾਲੀਆ, ਫਿਰ ਜੱਸਾ ਸਿੰਘ ਰਾਮਗੜੀਆ, ਫਿਰ ਜਰਨੈਲ ਬਘੇਲ ਸਿੰਘ ਔਰ ਸਰਦਾਰ ਨਵਾਬ ਕਪੂਰ ਸਿੰਘ, ਔਰ ਹੋਰ ਵੀ ਕਈ ਵੱਡੇ ਵੱਡੇ ਬਹਾਦਰ ਜਰਨੈਲਾਂ ਦਾ ਵੀ ਰੋਲ ਸੀ, ਜਿਸ ਨੂੰ ਕਿ ਯਾਦ ਰੱਖਿਆ ਜਾਣਾ ਚਾਹੀਦਾ ਹੈ। ਇਹੀ ਸਾਡੀ ਇਸ ਸਾਲ ਦੀ ਗੱਲਬਾਤ ਦਾ, ਇਸ ਡੈਡੀਕੇਟਿਡ ਪ੍ਰੋਗਰਾਮ ਦਾ ਮਕਸਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਜਿਸ ਤਰ੍ਹਾਂ ਪਹਿਲੇ ਵੀ ਜ਼ਿਕਰ ਹੋਇਆ ਸੀਗਾ, ਇਹ ਸਨ ਡਾਕਟਰ ਸੁਰਜੀਤ ਸਿੰਘ ਭੱਟੀ, ਔਰ ਪਹਿਲੇ ਇਹਨਾਂ ਤੋਂ ਡਾਕਟਰ ਹਰੀ ਸਿੰਘ ਜਾਚਕ ਨੇ ਸੇਵਾ ਕੀਤੀ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੌਮ ਦੇ ਇੱਕ ਬਹੁਤ ਹੀ ਵੱਡੇ ਆਗੂ ਲੀਡਰ, ਔਰ ਜਿਸ ਤਰ੍ਹਾਂ ਇਹਨਾਂ ਨੇ ਇੱਕ ਬਹੁਤ ਅੱਛੀ ਉਹਨਾਂ ਦੀ ਜਿਹੜੀ ਬਾਇਓਗ੍ਰਾਫੀ ਹੈ, ਹਿਸਟਰੀ ਹੈ, ਉਹ ਸੰਗਤ ਦੇ ਨਾਲ ਸ਼ੇਅਰ ਕੀਤੀ ਹੈ। ਔਰ ਇੱਕ ਇਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਅਕਸਰ ਗੁਰੂ ਸਾਹਿਬ ਤੋਂ ਬਾਅਦ
ਜ਼ਿਕਰ ਕਰਦੇ ਹਾਂ of the historical significance of the achievements ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਅਚੀਵਮੈਂਟਸ ਕੀਤੀਆਂ, ਪਰ ਉਸ ਦੇ ਵਿੱਚ ਅਸੀਂ ਅਕਸਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਾਂ ਜੱਸਾ ਸਿੰਘ ਰਾਮਗੜੀਆ ਉਹਨਾਂ ਦੀਆਂ ਅਸੀਂ ਜਿਹੜੀਆਂ ਕੰਟਰੀਬਿਊਸ਼ਨਸ ਨੇ ਉਹਨਾਂ ਨੂੰ ਭੁੱਲ ਜਾਂਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦੀਆਂ ਕੰਟਰੀਬਿਊਸ਼ਨਸ ਕਰਕੇ ਜਿਹੜੀਆਂ ਮਿਸਲਾਂ ਸਨ ਉਹਨਾਂ ਮਿਸਲਾਂ ਨੇ ਇੱਕ ਐਸੀਆਂ ਅਚੀਵਮੈਂਟਸ ਅੱਗੇ ਜਿਹੜੀਆਂ ਨੇ ਉਹ ਕੀਤੀਆਂ ਕਿ ਇੱਕ ਉਹਨਾਂ ਨੇ ਫਾਊਂਡੇਸ਼ਨ ਸਟੋਨ ਲੇ ਕੀਤਾ ਫॉर ਮਹਾਰਾਜਾ ਰਣਜੀਤ ਸਿੰਘ ਟੂ ਬਿਲਡ ਔਨ। ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਮਰਾਠਿਆਂ ਦਾ, ਮਰਾਠੇ ਜਿਹੜੇ ਨੇ ਉਹਨਾਂ ਦਾ ਇਹ ਹਿਸਟਰੀ ਦੇ ਵਿੱਚ ਆਉਂਦਾ ਹੈ ਕਿ ਜਿਸ ਵੇਲੇ ਮੁਗਲ ਅੰਪਾਇਰ ਦੇ ਖਤਮ ਹੋਣ ਤੋਂ ਬਾਅਦ ਇੱਕ ਵੋਇਡ ਆਇਆ ਇੰਡੀਆ ਦੇ ਵਿੱਚ, ਇੱਕ ਖਲਲ ਆਇਆ ਤੇ ਉਸ ਨੂੰ ਉਹਨਾਂ ਨੇ ਕੈਪਚਰ ਕਰਕੇ ਤੇ ਆਪਣਾ ਜਿਹੜਾ ਰਾਜ ਸੀ ਉਸ ਨੂੰ ਐਕਸਪੈਂਡ ਕਰਨ ਦੀ ਕੋਸ਼ਿਸ਼ ਕੀਤੀ ਔਰ ਸਿੱਖਾਂ ਦੇ ਨਾਲ ਵੀ ਉਹਨਾਂ ਨੇ ਰਲ ਕੇ ਸਿੱਖਾਂ ਦੀ ਔਰ ਮਰਾਠਿਆਂ ਨੇ ਕਈ ਥਾਵਾਂ ਦੇ ਉੱਤੇ ਇਕੱਠੇ ਹੋ ਕੇ ਉਹਨਾਂ ਨੇ ਜੰਗਾਂ ਜਿਹੜੀਆਂ ਸੀਗੀਆਂ ਉਹ ਲੜੀਆਂ ਨੇ, ਪਰ ਉਹਨਾਂ ਦੇ ਵਿੱਚ ਵੀ ਉਸ ਕਿਸਮ ਦੀ ਦੂਰਅੰਦੇਸ਼ੀ ਔਰ ਵਿਜ਼ਡਮ ਨਹੀਂ ਸੀ ਔਰ ਉਸ ਲੈਕ ਆਫ ਵਿਜ਼ਡਮ ਐਂਡ ਕੋਹੈਸਿਵਨੈਸ ਕਰਕੇ ਇੰਡੀਆ ਨੇ ਔਰ ਖਾਸ ਤੌਰ ਤੇ ਜਿਹੜੀਆਂ ਨਾਰਥ ਵੈਸਟ ਦੇ ਏਰੀਆਜ਼ ਨੇ ਉਹਨਾਂ ਦੇ ਵਿੱਚ ਜਿਹੜੀਆਂ ਕੌਮਾਂ ਸਨ, ਸਿੱਖ ਸਨ ਖਾਸ ਤੌਰ ਤੇ, ਉਹਨਾਂ ਨੇ ਬਹੁਤ ਸਫਰ ਕੀਤਾ। ਪਰ ਉਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਰਗੇ ਸਿਰਕੱਢ ਲੀਡਰ ਸਨ ਜਿਨ੍ਹਾਂ ਨੇ ਕਿ ਅੱਗੇ ਆ ਕੇ ਕੌਮ ਦੀ ਰਹਿਨੁਮਾਈ ਕੀਤੀ ਔਰ ਉਹ ਜਿਹੜੇ ਉਧਰੋਂ ਮਿਡਲ ਈਸਟ ਵੱਲੋਂ ਹਮਲੇ ਹੁੰਦੇ ਸਨ ਉਹਨਾਂ ਤੋਂ ਉਹਨਾਂ ਨੇ ਕੌਮ ਨੂੰ ਬਚਾਇਆ। ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਤੁਸੀਂ ਇਹ ਇੱਕ ਜਿਹੜਾ ਹਿਸਟਰੀ ਦਾ ਇੰਪੋਰਟੈਂਟ ਚੈਪਟਰ ਹੈ ਸੰਗਤ ਦੇ ਨਾਲ ਸ਼ੇਅਰ ਕੀਤਾ ਹੈ, ਕਿਉਂਕਿ ਇਹ ਲੀਡਰ ਜਿਹੜੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਵੀ ਸਾਡੇ ਰੋਲ ਮਾਡਲਸ ਨੇ ਸਾਡੇ ਸਾਰਿਆਂ ਵਾਸਤੇ। ਸੰਗਤ ਵਿੱਚੋਂ ਕੋਈ ਵੀ ਅਗਰ ਇਸ ਪ੍ਰੈਜੈਂਟੇਸ਼ਨ ਬਾਰੇ ਕੋਈ ਵਿਚਾਰ ਜਾਂ ਕੋਈ ਸਵਾਲ ਪ੍ਰੋਫੈਸਰ ਭੱਟੀ ਨੂੰ ਪੁੱਛਣਾ ਚਾਹੁੰਦਾ ਹੈ ਤੇ ਤੁਸੀਂ ਪਲੀਜ਼ ਅਨਮਿਊਟ ਕਰਕੇ ਜ਼ਰੂਰ ਪੁੱਛ ਸਕਦੇ ਹੋ ਜੀ। ਨਹੀਂ ਤੇ ਆਪਾਂ ਫਿਰ ਪ੍ਰੋਗਰਾਮ ਜਿਹੜਾ ਹੈ ਉਸ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੀ। ਹਾਂਜੀ ਹਾਂਜੀ ਬਿਲਕੁਲ। It's incredibly inspiring and really uplifting talk ਕਿ ਇਸ ਟਾਕ ਦਾ ਨਿੱਕਾ ਜਿਹਾ ਪੈਂਫਲੇਟ ਬਣਾਇਆ ਜਾ ਸਕਦਾ ਹੈ ਹਾਂਜੀ ਕਿਉਂਕਿ ਉਹ ਜੇ ਲੋਕਾਂ ਨੂੰ ਡਿਸਟ੍ਰੀਬਿਊਟ ਜਾਏ, ਬੱਚਿਆਂ ਨੂੰ ਦੱਸਿਆ ਜਾਵੇ। It's a great contribution, lots of work ਭੱਟੀ ਸਾਹਿਬ ਨੇ ਡਾਕਟਰ ਸਾਹਿਬ ਨੇ put into this ਤੇ ਇਹ ਸਾਰੀ ਦੀ ਸਾਰੀ ਟਾਕ ਇਸੇ ਤਰ੍ਹਾਂ ਹੀ ਨਾ ਬੱਚੋ ਨਿੱਕਾ ਜਿਹਾ ਬਣਾ ਦਿਓ, ਪੈਂਫਲੇਟ ਤੇ ਫੋਟੋ ਲਗਾ ਦਿਓ। really it will be extremely useful, ਫਿਰ ਡਿਸਟ੍ਰੀਬਿਊਟ ਹੋ ਸਕਦਾ ਫਿਰ ਉੱਤੇ। ਠੀਕ ਹੈ ਜੀ, ਪਹੁੰਚੇ ਅਸੀਂ ਡਿਸਟ੍ਰੀਬਿਊਟ ਕਰ ਸਕਦੇ ਹਾਂ। ਐਬਸੋਲੂਟਲੀ ਅਸੀਂ ਤੁਹਾਨੂੰ ਭੇਜ ਸਕਦੇ ਹਾਂ ਬਣਾ ਕੇ ਤੇ ਪਰ ਗੁਰਦੁਆਰਾ ਚ ਦਿਓ, ਸਭ ਜਗ੍ਹਾ ਦਿਓ। ਬਿਲਕੁਲ। ਤੇ ਪਰ ਮੈਨੂੰ ਇੰਨਾ ਪਤਾ ਹੈ ਵੀ we will put this recording on YouTube also, ਪਰ ਮੈਨੂੰ ਪਤਾ ਹੈ ਕਿ ਇਹਨਾਂ ਨੇ ਆਪਣਾ ਇਸ ਨੂੰ ਇੱਕ ਆਰਟੀਕਲ ਦਾ ਸ਼ੇਪ ਦੇ ਕੇ ਤੇ ਬਲੌਗ ਪੋਸਟ ਦੇ ਵਿੱਚ ਜਾਂ ਮੈਗਜ਼ੀਨ ਦੇ ਵਿੱਚ ਜ਼ਰੂਰ ਸ਼ਾਮਲ ਕਰਨਗੇ। ਬਟ ਆਈ ਥਿੰਕ ਉਹ ਪੈਂਫਲੇਟ ਵਾਲਾ ਆਈਡੀਆ ਜਿਹੜਾ ਹੈ ਉਹ ਵੀ ਬਹੁਤ ਅੱਛਾ ਹੈ ਕਿ ਇੱਕ ਮੈਗਜ਼ੀਨ ਚ ਪਾ ਦਿਓ ਸਾਰਾ। ਹਾਂਜੀ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਡਾਕਟਰ ਕਾਬਲ ਸਿੰਘ ਤੁਸੀਂ ਕੁਝ ਕਹਿਣ ਲੱਗੇ ਸੀਗੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅਸਲ 'ਚ ਇਹੋ ਕਹਿਣ ਲੱਗਾ ਸੀ ਕਿ ਇਹਦੇ ਮੈਗਜ਼ੀਨ ਦੇ ਵਿੱਚ ਵੀ ਛਪ ਜਾਣਾ ਚਾਹੀਦਾ ਹੈ। ਠੀਕ ਹੈ ਜੀ, ਉਹ ਇੱਕ ਤਰੀਕਾ ਹੈ ਕਿ ਪੰਫਲੇਟ ਵੀ ਠੀਕ ਹੈ। ਬਾਕੀ ਜੀ ਕਿ ਇਹਨਾਂ ਨੇ ਦੋ ਅੱਜ ਜਾਚਕ ਸਾਹਿਬ ਤੇ ਭੱਟੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਹੀ ਜਾਣਕਾਰੀ ਭਰਪੂਰ ਕਵਿਤਾ ਤੇ ਲੈਕਚਰ ਦਿੱਤਾ ਤੇ ਨਾਲ ਇੱਕ ਬੜੇ ਕਿਸਮ ਦਾ ਇੱਕ ਕੁਝੇ ਸਮੁੰਦਰ ਬੰਦ ਕਰਨ ਵਾਲੀ ਗੱਲ ਕਰਕੇ ਇਹਨਾਂ ਨੇ ਸਾਨੂੰ ਦੱਸੀ ਆ ਤੇ ਬਹੁਤ 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 ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਪ੍ਰੋਗਰਾਮ ਜਿਹੜਾ ਹੈ ਉਸ ਨੂੰ ਅੱਗੇ ਚਲਾਉਂਦੇ ਹਾਂ ਤੇ ਪ੍ਰੋਫੈਸਰ ਐਸ ਭੱਟੀ ਔਰ ਡਾਕਟਰ ਹਰੀ ਸਿੰਘ ਜਾਚਕ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਿਹੜਾ ਇਤਿਹਾਸ ਹੈ ਉਹ ਸੰਗਤ ਦੇ ਨਾਲ ਸ਼ੇਅਰ ਕੀਤਾ ਹੈ। ਬਿਟਸ ਐਂਡ ਪੀਸਿਸ ਸਾਨੂੰ ਹਮੇਸ਼ਾ ਪਤਾ ਹੁੰਦੇ ਨੇ ਫਰਮ ਹੇਅਰ ਐਂਡ ਦੇਅਰ,
पर यह है कि भी एक कंसाइज फॉर्म ਦੇ ਵਿੱਚ ਉਸ ਦੀ ਕੰਪਲੀਟ ਪਿਕਚਰ ਜਿਹੜੀ ਹੈ ਉਹ ਅਕਸਰ ਸਾਨੂੰ ਨਹੀਂ ਪਤਾ ਹੁੰਦੀ। ਸੋ ਤੁਹਾਡਾ ਬਹੁਤ ਧੰਨਵਾਦ ਹੈ ਜੀ। ਤੇ ਪ੍ਰੋਗਰਾਮ ਨੂੰ ਅੱਗੇ ਚਲਾਉਂਦਿਆਂ ਹੋਇਆਂ ਮੈਂ ਬੇਨਤੀ ਕਰਾਂਗਾ ਇੰਡੀਆ ਤੋਂ ਸਾਡੇ ਨਾਲ ਮਿਸਿਸ ਬ੍ਰਿਜਵਿੰਦਰ ਕੌਰ ਜੁੜੇ ਨੇ, ਉਹ ਇੱਕ ਸ਼ਬਦ ਦੀ ਹਾਜ਼ਰੀ ਲਗਾਉਣ ਤੇ ਉਸ ਤੋਂ ਬਾਅਦ ਕੈਲਗਰੀ ਤੋਂ ਬੱਚੇ ਜਿਹੜੇ ਨੇ ਉਹ ਕੀਰਤਨ ਦੀ ਹਾਜ਼ਰੀ ਲਗਾ ਕੇ ਫਿਰ ਆਪਾਂ ਪਾਠ ਦੀ ਸਮਾਪਤੀ ਕਰਾਂਗੇ ਜੀ। ਦੀਵਾਨ ਜੀ।